ਸਤਨਾਮ ਵਾਹਿਗੁਰੂ ਸਾਹਿਬ ਜੀ। ਜਪ ਮਨ ਸਤਨਾਮ ਸਦਾ ਸਤਨਾਮ। ਹਲਤ ਪਲਤ ਮੁਖੀ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ। ਸਦਾ ਰਹੋ ਰੰਗ ਰਾਤਾ। ਜਿਹਵਾ ਏਕ ਕਵਨ ਗੁਣ ਕਹੀਐ। ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਬੇਸੁਮਾਰ ਅਥਾਹ ਅਗਨਤ ਤੋਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਨਾਮ ਧਿਆਵਹਿ ਦੇਵ ਤੇਤੀਸ ਅਰ ਸਾਧਿਕ ਸਿੱਧ। ਨਰ ਨਾਮ ਖੰਡ ਬ੍ਰਹਮੰਡ ਤਹਾਰੇ। ਨਾਮ ਧਿਆਵਹਿ ਦੇਵ ਤੇਤੀਸ ਅਰ ਸਾਧਕ ਸਿੱਧ। ਨਰ ਨਾਮ ਖੰਡ ਬ੍ਰਹਮੰਡ ਧਾਰੇ। ਜਹ ਨਾਮ ਸਮਹਦਿਓ ਹਰਖ ਸੋਗ ਸਮ ਕਰ ਸਹਾਰੇ। ਨਾਮ ਸਰੋਵਣੇ ਸਰਬ ਮੈਂ ਭਗਤ ਰਹੇ ਲਿਵਤਹਾਰ। ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਦੀਨਾਨਾਥ ਦੀਨ ਪ੍ਰਤਪਾਲਕ ਦੀਨ ਬੰਧੂ ਦੀਨ ਦਰਦ ਨਿਵਾਰਕ ਦੀਨ ਰੱਖਿਅਕ ਦੀਨ ਕਰੁਣਾਮੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਅਪਾਰ ਨਦਰ ਹੈ, ਬੇਅੰਤ ਤਰਸ ਹੈ ਸਤਿਗੁਰੂ ਸਾਹਿਬ ਜੀ ਦਾ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਜ਼ਰ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ
ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਗੁਰੂ ਸ਼ਬਦ ਦੇ ਅਭਿਆਸ ਦੀ ਅਮੋਲਕ ਸਾਧਨਾ ਦੇ ਨਾਲ ਜੋੜਦਿਆਂ ਹੋਇਆਂ ਸਫਲ ਕਰਨ ਦਾ, ਸਕਾਰਥ ਕਰਨ ਦਾ ਸ਼੍ਰੇਸ਼ਟ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਹੈ। ਆਪ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਆਖਿਆ ਸਰਵਣ ਕਰਕੇ ਰੋਜ਼ਾਨਾ ਸਤਿਗੁਰੂ ਕੀ ਬਾਣੀ ਦੁਆਰਾ ਗਿਆਨ ਰੂਪ ਲਾਹੇ ਨੂੰ ਪ੍ਰਾਪਤ ਕਰਨ ਦਾ ਸੁਗੜ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਅੰਤਰਗਤ ਆਪ ਜੀ ਭੱਟ ਸਾਹਿਬਾਨਾਂ ਦੀ ਬਾਣੀ ਦੇ ਪ੍ਰਵਾਹ ਦੇ ਅੰਤਰਗਤ ਸਵਈਏ ਮਹੱਲੇ ਤੀਜੇ ਕੇ ਭਾਵ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਵਿੱਚ ਭੱਟ ਸਾਹਿਬਾਨਾਂ ਵੱਲੋਂ ਉਚਾਰੇ ਗਏ ਸਵਈਆਂ ਦੀ ਆਪ ਜੀ ਲੜੀਵਾਰ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਧਿਆਵਹਿ ਦੇਵ ਤੇਤੀਸ ਅਰ ਸਾਧਿਕ ਸਿੱਧ ਨਰ। ਨਾਮ ਖੰਡ ਬ੍ਰਹਮੰਡ ਧਾਰੇ। ਭੱਟ ਸਾਹਿਬਾਨਾਂ ਨੇ ਭੱਟ ਕਲ ਜੀ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਜੀਵਨ ਦਾ ਉਸ ਪੱਖ ਦੇ ਉੱਪਰ ਗਿਆਨ ਰੂਪ ਦੇ ਵਿੱਚ, ਅਨੁਭਵ ਰੂਪ ਦੇ ਵਿੱਚ ਭੱਟ ਕਲ ਜੀ ਸਿਫਤ ਸਲਾਹ ਦਾ ਉਚਾਰਨ ਕਰ ਰਹੇ ਹਨ, ਜਿਹੜੀ ਦ੍ਰਿਸ਼ਟੀ ਸਾਡੀ ਨਹੀਂ ਬਣਦੀ। ਹੁਣ ਜਿਵੇਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪਹਿਲਾਂ ਜਦੋਂ ਗੁਰੂ ਨਾਨਕ ਦੇਵ ਸਰੂਪ ਨੂੰ ਭੱਟ ਸਾਹਿਬਾਨਾਂ ਨੇ ਗਾਇਆ ਤਾਂ ਉਹਨਾਂ ਨੇ ਦੱਸਿਆ ਕਿ ਸਤਿਗੁਰੂ ਗੁਰੂ ਨਾਨਕ ਸਰੂਪ ਕਿ ਸਾਰੇ ਖੰਡਾਂ ਬ੍ਰਹਮੰਡਾਂ 'ਚ ਤੇਰੀ ਆਰਾਧਨਾ ਹੋ ਰਹੀ ਹੈ ਅਤੇ ਰਾਜ ਯੋਗ ਦਾ ਜਿਹੜਾ ਪ੍ਰਮੁੱਖ ਨਿਸ਼ਾਨ ਹੈ ਉਹ ਗੁਰੂ ਨਾਨਕ ਦੇਵ ਸਾਹਿਬ ਹਨ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਤੀ ਸਾਨੂੰ ਇੱਕ ਦ੍ਰਿਸ਼ਟੀ ਪ੍ਰਗਟ ਕੀਤੀ ਕਿ ਜਿਸ ਗੁਰੂ ਨਾਨਕ ਸਰੂਪ ਦਾ ਸ੍ਰਿਸ਼ਟੀ ਪਾਰਾਵਾਰ ਨਹੀਂ ਪਾ ਸਕੀ, ਉਹ ਜਦੋਂ ਗੁਰੂ ਨਾਨਕ ਸਰੂਪ ਗਿਆਨ ਹੋ ਕੇ, ਦਇਆ ਹੋ ਕੇ, ਦੈਵੀ ਰਹਿਮਤ ਹੋ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਅੰਦਰ ਸਮਾ ਗਏ ਤਾਂ ਉਰੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅਧਿਆਤਮਿਕ ਸ਼ਖਸੀਅਤ ਕਿਤਨੀ ਵੱਡੀ ਹੋਵੇਗੀ, ਇਹਦਾ ਜ਼ਿਕਰ ਵੀ ਭੱਟ ਸਾਹਿਬਾਨਾਂ ਨੇ ਕੀਤਾ ਸੀ। ਹੁਣ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਿਆਈ ਕਾਲ ਤੱਕ ਆਉਂਦਿਆਂ ਭੱਟ ਸਾਹਿਬਾਨਾਂ ਨੇ ਦੇਖਿਆ ਕਿ ਗੁਰੂ ਨਾਨਕ ਦੇ ਗੁਰਸਿੱਖੀ ਦੀ ਜਿਹੜੀ ਕੀਰਤੀ ਹੈ ਬੜੀ ਵਿਵਸਥਿਤ ਢੰਗ ਦੇ ਨਾਲ ਹੋ ਗਈ ਹੈ। ਜਿਹੜਾ ਗੁਰੂ ਨਾਨਕ ਨੇ ਗਿਆਨ ਰੂਪ ਉਪਦੇਸ਼ ਕੀਤਾ ਸੀ, ਬ੍ਰਹਮ ਬਿੰਦੈ ਤਿਸ ਦਾ ਬ੍ਰਹਮਾਤਰ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਗਿਆਨ ਦਾ ਐਸਾ ਪ੍ਰਕਾਸ਼ ਕੀਤਾ ਹੈ ਕਿ ਬ੍ਰਾਹਮਣ ਵਾਕਿਆ ਹੀ ਹੁਣ ਕਰਮਕਾਂਡੀ ਪਾਖੰਡ ਨੂੰ ਛੱਡ ਕੇ ਨਿਰੋਲ ਬ੍ਰਹਮ ਦੀ ਵਿਚਾਰ ਕਰਨ ਲੱਗ ਪਿਆ ਹੈ। ਜਿਹੜੇ ਚਾਰੇ ਵਰਨਾਂ ਨੂੰ ਇੱਕੋ ਪਰਮੇਸ਼ਰ ਦਾ ਉਪਦੇਸ਼ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦਿੱਤਾ ਸੀ, ਹੁਣ ਉਹ ਚਾਰੇ ਵਰਣ ਸਭ ਤਰ੍ਹਾਂ ਦੀ ਕਾਣ ਨੂੰ ਮਿਟਾ ਕੇ ਇੱਕ ਪੰਗਤ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਬਿਠਾ ਦਿੱਤੇ ਹਨ। ਜਿੱਥੇ ਜਿੱਥੇ ਗੁਰੂ ਨਾਨਕ ਕੇ ਮੁਬਾਰਕ ਚਰਨ ਪਏ ਧਰਮਸ਼ਾਲਾ ਕਾਇਮ ਹੋਈ। ਗੁਰੂ ਅਮਰਦਾਸ ਸਾਹਿਬ ਜੀ ਨੇ ਐਸੀ ਨਾਮ ਦੀ ਵਰਖਾ ਕੀਤੀ, ਗੁਰਸਿੱਖੀ ਦਾ ਐਸਾ ਮਾਰਗ ਦ੍ਰਿੜ ਕਰਾਇਆ ਕਿ ਉੱਥੇ ਐਸੇ ਗੁਰਸਿੱਖੀ ਦੀ ਕਮਾਈ ਵਾਲੇ, ਗੁਰਸਿੱਖੀ ਆਚਰਣ ਵਾਲੇ ਸਿੱਖੀ ਦਾ ਦਾਇਰਾ ਇੰਨਾ ਵਿਸ਼ਾਲ ਹੋਇਆ ਕਿ ਉੱਤਰ ਦੱਖਣ ਪੁੱਬ ਦੇਸ ਪਸ਼ਚਿਮ ਜਸ ਭਖ ਹੈ ਕਿ ਚੌਵਾਂ ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਦਰ ਘਰ ਦੀ ਕੀਰਤੀ ਹੋ ਰਹੀ ਹੈ ਗੁਰੂ ਅਮਰਦਾਸ ਸਾਹਿਬ ਦੀ ਕਰਕੇ। ਇਸ ਕਰਕੇ ਭੱਟ ਸਾਹਿਬਾਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਇਹ ਜ਼ਿਕਰ ਕੀਤਾ ਸੀ ਕਿ ਜਿਤਨੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਉਹਨੂੰ ਨਾਮ ਦੇ ਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਰੇ ਸੰਸਾਰ ਵਿੱਚ ਵਰਤਾਇਆ। ਨਾਮ ਦੀ ਵਡਿਆਈ ਦਾ ਭਾਵ ਕਿ ਇੱਕੋ ਅਕਾਲ ਪੁਰਖ ਦੀ ਹਸਤੀ ਦਾ ਪਹਿਲਾਂ ਭਾਵ ਦ੍ਰਿੜ ਕਰਾਉਣਾ, ਫਿਰ ਸਿਫਤ ਸਲਾਹ ਦਾ ਐਸਾ ਮਾਰਗ ਦੱਸਣਾ ਕਿ ਜੀਵ ਉਸ ਨਿਰੋਲ ਅਕਾਲ ਪੁਰਖ ਗੁਰੂ ਨਾਨਕ ਸਰੂਪ ਦੇ ਨਾਲ
ਅਭੇਦ ਹੋ ਜਾਣ। ਰਸਤੇ ਵਿੱਚ ਜਿੰਨੀਆਂ ਕਾਣਾਂ ਹਨ ਅਗਿਆਨ ਦੀਆਂ, ਭਰਮ ਦੀਆਂ, ਅਵਿਦਿਆ ਦੀਆਂ, ਉਹਨਾਂ ਸਾਰੀਆਂ ਨੂੰ ਮੇਟ ਕੇ ਨਾਮ ਦਾ ਪ੍ਰਕਾਸ਼ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰੋਂ ਹੋ ਰਿਹਾ ਹੈ। ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ ਭੱਟ ਕਲ ਜੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਕਰਦੇ ਹਨ। ਨਾਮ ਧਿਆਵਹਿ ਦੇਵ ਤੇਤੀਸ, ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ। ਭੱਟ ਕਲ ਜੀ ਆਖਦੇ ਹਨ ਕਿ ਸੰਸਾਰ ਦੇ ਵਿੱਚ ਦੇਵਤਾ ਪੂਜਾ ਬੜੀ ਪ੍ਰਮੁੱਖ ਕਰਕੇ ਹੁੰਦੀ ਹੈ। ਜਿਵੇਂ ਸਨਾਤਨ ਮਤ ਦੇ ਵਿੱਚ 33 ਕਰੋੜ ਪ੍ਰਕਾਰ ਦੇ ਦੇਵਤੇ ਮੰਨੇ ਜਾਂਦੇ ਹਨ, ਦੇਵਤਿਆਂ ਦੀਆਂ 33 ਕੋਟੀਆਂ ਮੰਨੀਆਂ ਜਾਂਦੀਆਂ ਹਨ। ਉਹਨਾਂ ਦੇ ਵਿੱਚ ਅੱਗੇ ਵਿਸਥਾਰ ਹੁੰਦਾ ਅਤੇ 33 ਕਰੋੜ ਦੇਵਤਿਆਂ ਦੀ ਹੋਂਦ ਬਣਦੀ ਹੈ। ਭੱਟ ਕਲ ਜੀ ਆਖਦੇ ਹਨ ਨਾਮ ਧਿਆਵਹਿ ਦੇਵ ਤੇਤੀਸ, ਕਿ 33 ਕਰੋੜ ਦੇਵਤੇ ਜਿਨ੍ਹਾਂ ਕੋਲੋਂ ਦੇਵਤਾਪਨ ਸਾਨੂੰ ਮਿਲਦਾ। ਦੇਵਤਾਪਨ ਕਿਵੇਂ ਮਿਲਦਾ ਹੈ? ਜਿਵੇਂ ਸੂਰਜ ਨੂੰ ਦੇਵ ਕਿਹਾ ਜਾਂਦਾ, ਉਹਦੇ ਕੋਲੋਂ ਸਾਨੂੰ ਪ੍ਰਕਾਸ਼ ਮਿਲਦਾ ਹੈ, ਉਹਦੇ ਕੋਲੋਂ ਸਾਨੂੰ ਤਪਸ਼ ਮਿਲਦੀ ਹੈ, ਜਿਹਦੇ ਨਾਲ ਸਾਡੇ ਜੀਵਨ ਦੇ ਕਈ ਕਾਰਜ ਸਵਰਦੇ ਨੇ। ਚੰਦਰਮਾ ਨੂੰ ਦੇਵ ਕਿਹਾ ਜਾਂਦਾ, ਉਹਦੇ ਕੋਲੋਂ ਸਾਨੂੰ ਸੀਤਲਤਾ ਮਿਲਦੀ ਹੈ। ਸ੍ਰਿਸ਼ਟੀ ਜਿਹੜੀ ਹੈ, ਸ੍ਰਿਸ਼ਟੀ ਨੂੰ ਵੀ ਭੂਮੀ ਦੇਵ ਕਿਹਾ ਜਾਂਦਾ ਹੈ। ਭੂਮੀ ਦੇਵ ਦਾ ਭਾਵ ਸਾਡੀ ਇੱਕ ਯਤਨ ਨੂੰ 10 ਗੁਣਾ ਕਰ ਦਿੰਦੀ ਹੈ। ਅਸਲ 'ਚ ਦੇਵਤਾ ਦਾ ਭਾਵ ਸਪਿਰਟ ਹੈ। ਅਤੇ ਭੱਟ ਕਲ ਜੀ ਆਖਦੇ ਹਨ ਨਾਮ ਧਿਆਵੇ ਦੇਵ ਤੇਤੀਸ, ਕਿ ਜਿੰਨੇ ਦੇਵਤਿਆਂ ਨੂੰ ਸੰਸਾਰ ਪ੍ਰਮੁੱਖ ਮੰਨਦਾ ਹੈ, ਇਹ ਸਾਰੇ ਵੀ ਉਸ ਨਾਮ ਨੂੰ ਧਿਆ ਰਹੇ ਹਨ ਜਿਹੜਾ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਪ੍ਰਕਾਸ਼ਮਾਨ ਹੈ। ਇਹਨੂੰ ਸਰਲ ਭਾਵ ਦੇ ਵਿੱਚ ਆਖਣਾ ਹੋਵੇ ਕਿ ਇੱਕ ਤਾਂ ਦੇਵਤੇ ਦੀ ਮਿੱਥਕ ਕਲਪਨਾ ਕਰਦੀ ਹੈ ਦੁਨੀਆ, ਜਿਵੇਂ ਸੂਰਜ ਹੈ ਉਹਦੇ ਕੋਲੋਂ ਰੌਸ਼ਨੀ ਹੈ। ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਉਹਨੂੰ, ਕਾਇਨਾਤ ਨੂੰ ਨਾਮ ਦੇ ਆਧਾਰ ਨਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਦੇਵਤਾਪਨ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਕਿਸੇ ਦੇ ਜੀਵਨ ਨੂੰ ਗਿਆਨ ਦੇ ਨਾਲ ਇੰਨਾ ਓਝ ਨਾਲ ਭਰ ਦਿੱਤਾ ਕਿ ਉਸ ਗੁਰਸਿੱਖ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੇ ਹਨ ਦੂਸਰੇ ਦਾ ਜੀਵਨ ਗਿਆਨਵਾਨ ਹੋ ਜਾਂਦਾ ਹੈ। ਕਿਸੇ ਦੇ ਜੀਵਨ 'ਚ ਇੰਨੀ ਸ਼ੀਤਲਤਾ ਭਰ ਦਿੱਤੀ ਕਿ ਕੋਈ ਵੀ ਉਹਦੇ ਸੰਗ ਬੈਠ ਕੇ ਜਿਹੜਾ ਹੈ ਸ਼ੀਤਲ ਅਨੁਭਵ ਕਰਨ ਲੱਗ ਪੈਂਦਾ ਹੈ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਕਿ 33 ਕਰੋੜ ਦੇਵਤੇ ਜਿਸ ਨਾਮ ਦਾ ਧਿਆਨ ਧਰਦੇ ਹਨ, ਉਹ ਸਾਰੇ ਨਾਮ ਦਾ ਪ੍ਰਕਾਸ਼ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਹੈ। ਅਤੇ ਜੇ ਉਹਨਾਂ ਦੇਵਤਿਆਂ ਦੀ ਮਿੱਥਕ ਕਲਪਨਾ ਕਰਕੇ ਉਹਨਾਂ ਦੀ ਪੂਜਾ ਕਰਨੀ ਹੋਵੇ ਤਾਂ ਇਕੱਲੇ ਇਕੱਲੇ ਦੇਵਤੇ ਨੂੰ ਅਰਾਧਣਾ ਪੈਂਦਾ ਹੈ। ਪਰ ਕਿਸੇ ਤਰ੍ਹਾਂ ਦਾ ਦੇਵਤਾਪਨ ਆਪਣੇ ਜੀਵਨ 'ਚ ਕਮਾਉਣਾ ਹੈ ਤਾਂ ਭੱਟ ਕਲ ਜੀ ਆਖਦੇ ਹਨ ਕਿ ਗੁਰੂ ਅਮਰਦਾਸ ਸਰੂਪ ਦੇ ਹਿਰਦੇ ਨੂੰ ਸਿਮਰਨਾ ਚਾਹੀਦਾ ਹੈ। ਆਖਦੇ ਹਨ 33 ਕਰੋੜ ਦੇਵਤੇ ਜੀ ਦਾ ਨਾਮ ਧਿਆਨ ਧਰਦੇ ਹਨ। ਇੱਕ ਸਾਨੂੰ ਕੁਝ ਜਿਹੜੀਆਂ ਗੁਰਬਾਣੀ ਦੀਆਂ ਗੱਲਾਂ ਨਾ, ਉਹਨਾਂ ਦੀ ਸ਼ਬਦਾਵਲੀ ਦਾ ਹਵਾਲਾ ਅਤੇ ਉਹਨਾਂ ਦੇ ਅਰਥ ਦਾ ਹਵਾਲਾ, ਇਹਦਾ ਸਾਨੂੰ ਫਰਕ ਸਮਝਣਾ ਜ਼ਰੂਰੀ ਆਉਣਾ ਚਾਹੀਦਾ। ਜਿਵੇਂ ਜ਼ਿਕਰ ਕੀਤਾ ਹੈ ਕਿ ਦੇਵਤਾ ਭਾਵ ਜਿਹਦੇ ਤੋਂ ਸ਼ੁਭਤਾ ਵਾਲਾ ਗੁਣ ਪੈਦਾ ਹੋਵੇ। ਸ਼ੁਭਤਾ ਵਾਲਾ ਗੁਣ ਬੰਦੇ ਤੋਂ ਵੀ ਪੈਦਾ ਹੋ ਸਕਦਾ ਹੈ, ਪਸ਼ੂ ਤੋਂ ਵੀ ਪੈਦਾ ਹੋ ਸਕਦਾ ਹੈ, ਕਿਸੇ ਤੋਂ ਵੀ ਪੈਦਾ ਹੋ ਸਕਦਾ ਹੈ। ਜਿਵੇਂ ਕੁਦਰਤੀ, ਜਿਵੇਂ ਸੂਰਜ ਨੂੰ ਦੇਵਤਾ ਕਹਿੰਦੇ ਹਨ, ਅਤੇ ਉਹਦਾ ਦੇਵ ਗੁਣ ਕੀ ਹੈ ਕਿ ਉਹ ਪ੍ਰਕਾਸ਼ ਕਰਦਾ ਹੈ। ਜਿਸ ਬੰਦੇ ਦੀ ਸੁਰਤ ਅੰਦਰ ਗਿਆਨ ਦਾ ਅਥਾਹ ਪ੍ਰਕਾਸ਼ ਹੋ ਜਾਵੇ ਅਤੇ ਉਹ ਜਿਹਦੇ ਸੰਪਰਕ ਵਿੱਚ ਆਵੇ ਉਹਨੂੰ ਆਪਣੇ ਵਿਚਾਰ ਦੇ ਤੇਜ ਪ੍ਰਕਾਸ਼ ਨਾਲ ਉਹਦਾ ਗਿਆਨ ਮੇਟ ਦੇਵੇ, ਉਹ ਫਿਰ ਉਹਦਾ ਭਾਵ ਇਹ ਹੋਗਾ ਕਿ ਉਸ ਮਨੁੱਖ ਦੇ ਅੰਦਰ ਸੂਰਜ ਦਾ ਦੇਵਤੇ ਪ੍ਰਕਾਸ਼ ਵਾਲਾ ਗੁਣ ਸਮਾ ਗਿਆ ਹੈ। ਇਸ ਕਰਕੇ ਇਸ ਤਰ੍ਹਾਂ ਸਮਝਣਾ ਚਾਹੀਦਾ। ਤਾਂ ਭੱਟ ਕਲ ਜੀ ਆਖਦੇ ਹਨ ਜੇ 30 ਕਰੋੜ ਤੇ ਦੇਵਤੇ ਜਿਸ ਨਾਮ ਦਾ ਧਿਆਨ ਧਰਦੇ ਹਨ, ਉਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਹੈ। ਕਹਿੰਦੇ ਅਰ ਸਾਧਿਕ ਸਿੱਧ ਨਰ ਨਾਮ ਖੰਡ ਬ੍ਰਹਮੰਡ ਧਾਰੇ। ਅਤੇ ਸਾਧਕ ਲੋਕ, ਸਿੱਧ ਲੋਕ ਜਿਹੜੇ ਯੋਗ ਮਤ ਦੇ ਵਿੱਚ ਉੱਚੀ ਅਵਸਥਾ ਵਾਲੇ ਮੰਨੇ ਜਾਂਦੇ ਹਨ, ਕਹਿੰਦੇ ਨਾਮ ਖੰਡ ਬ੍ਰਹਮੰਡ ਧਾਰੇ। ਅਤੇ ਜਿੰਨੇ ਖੰਡਾਂ ਬ੍ਰਹਮੰਡਾਂ ਦਾ ਸਿਲਸਿਲਾ ਚੱਲ ਰਿਹਾ ਹੈ, ਇਹ ਵੀ ਪਰਮੇਸ਼ਰ ਦੇ ਨਾਮ ਕਰਕੇ ਹੀ ਹੈ। ਹੁਣ ਖੰਡ ਬ੍ਰਹਮੰਡ ਪਰਮੇਸ਼ਰ ਦੇ ਨਾਮ ਕਰਕੇ ਕਿਵੇਂ ਚੱਲ ਰਹੇ ਹਨ? ਅਸੀਂ ਜਿਵੇਂ ਸ੍ਰਿਸ਼ਟੀ ਬਾਰੇ ਜਿੰਨਾ ਕੁ ਸਾਡਾ ਗਿਆਨ ਹੈ ਕਿ ਕੁਝ ਗ੍ਰਹਿ ਹਨ ਜਿਹੜੇ ਅਸੀਂ ਪੱਕੇ ਤੌਰ 'ਤੇ ਜਾਣਦੇ ਹਾਂ, 9 ਉਹਨਾਂ ਦੀ ਗਿਣਤੀ ਕਹੀ ਜਾਂਦੀ ਹੈ। ਪਰ ਦੂਸਰੇ ਪਾਸੇ ਜਿਹੜੀ ਸਾਇੰਸ ਹੈ ਉਹ ਇਹ ਵੀ ਆਖਦੀ ਹੈ ਕਿ ਜਿਹੜੇ ਕਈ ਐਸੇ ਬ੍ਰਹਿਮੰਡ ਹਨ, ਨਕਸ਼ਤਰ ਹਨ, ਜਿਹੜੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਗਰਦਿਸ਼ ਕਰ ਰਹੇ ਹਨ। ਹੁਣ ਜਿਵੇਂ ਕੁਦਰਤੀ ਹੈ
ਕਿ ਕੋਈ ਗ੍ਰਹਿ ਕਿਸੇ ਦੂਜੇ ਨਾਲ ਟਕਰਾਉਂਦਾ ਨਹੀਂ ਅਤੇ ਕਿਸੇ ਤਰ੍ਹਾਂ ਦਾ ਸਰਵਨਾਸ਼ ਧਰਤੀ 'ਤੇ ਵਾਪਰ ਨਹੀਂ ਰਿਹਾ। ਇਹਨਾਂ ਸਾਰਿਆਂ ਨੂੰ ਭੈ ਵਿੱਚ ਰੱਖਣ ਵਾਲਾ ਜਿਹੜਾ ਨੇਮ ਹੈ ਉਹਨੂੰ ਵੀ ਪਟਕਲ ਜੀ ਨਾਮ ਆਖਦੇ ਹਨ। ਕਿ ਜੀ ਜਿੰਨਾ ਜ਼ਿਆਦਾ ਆਕਰਸ਼ਣ ਮਾਲਕ ਨੇ ਇੱਕ ਤੋਂ ਦੂਜੇ ਗ੍ਰਹਿ ਦੇ ਵਿੱਚ ਬਣਾ ਕੇ ਉਹਦੀ ਦੂਰੀ ਅਤੇ ਉਹਦੀ ਗਰਦਿਸ਼ ਬਣਾਈ ਹੋਈ ਹੈ, ਜੇ ਉਹਦੇ ਆਕਰਸ਼ਣ ਵਾਲਾ ਨੇਮ ਟੁੱਟ ਜਾਵੇ ਤਾਂ ਇਹ ਜਿਹੜਾ ਧਰਤੀ ਦਾ ਚੱਲਣ ਵਾਲਾ ਸਿਲਸਿਲਾ ਹੈ ਇਹ ਬਿਲਕੁਲ ਅਸਤ ਵਿਅਸਤ ਹੋ ਜਾਵੇ। ਇਸ ਕਰਕੇ ਕਹਿੰਦੇ ਜਿਹੜਾ ਗ੍ਰਹਿ ਜਿੱਥੇ ਜਿੱਥੇ ਟਿਕਿਆ ਹੋਇਆ ਹੈ ਇਹ ਨਾਮ ਦੇ ਆਧਾਰ ਨਾਲ ਟਿਕਿਆ, ਅਤੇ ਉਹਦੇ ਅੰਦਰ ਨਾਮ ਦਾ ਪਰਸਪੈਕਟਿਵ ਜਿਹੜਾ ਹੈ ਉਹ ਕਿਸੇ ਉਚਾਰਨ ਕਰਕੇ ਨਹੀਂ, ਉਹ ਆਕਰਸ਼ਣ ਕਰਕੇ ਚੱਲਦਾ ਹੈ। ਇਸ ਕਰਕੇ ਗੁਰੂ ਪਟਕਲ ਜੀ ਆਖਦੇ ਹਨ ਕਿ ਸਾਰੇ ਖੰਡ ਬ੍ਰਹਿਮੰਡ ਨਾਮ ਰੂਪ ਵਿੱਚ ਹੀ ਧਾਰਨ ਹੋ ਰਹੇ ਹਨ। ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਹਾਰੇ। ਤਾਂ ਪਟਕਲ ਜੀ ਆਖਦੇ ਹਨ ਜਿਨ੍ਹਾਂ ਨੇ ਗੁਰੂ ਅਮਰ ਸਰੂਪ ਕੋਲੋਂ ਨਾਮ ਪ੍ਰਾਪਤ ਕਰਕੇ ਸਮਾਧਿਓ ਭਾਵ ਕਿ ਸਮਾਧੀ ਰੂਪ ਜਿਹੜੇ ਸਥਿਤ ਹੋ ਗਏ, ਕਹਿੰਦੇ ਹਰਖ ਸੋਗ ਸਮ ਕਰ ਸਹਾਰੇ। ਹੁਣ ਸਮਾਧੀ ਦੇ ਵਿੱਚ 3 ਚੀਜ਼ਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ, ਧਿਆਨ, ਧੇਤਾ ਅਤੇ ਧੇਯ। ਧਿਆਨ ਦਾ ਭਾਵ ਧਿਆਨ ਕਰਨ ਵਾਲਾ, ਧੇਯ ਦਾ ਧਿਆਤਾ ਦਾ ਭਾਵ ਜਿਹਦੇ ਉੱਪਰ ਨਿਰੰਤਰ ਬਿਰਤੀ ਟਿਕੀ ਰਹੇ, ਅਤੇ ਧੇਯ ਦਾ ਭਾਵ ਜਿਹਤੇ ਅਸੀਂ ਬਿਰਤੀ ਟਿਕਾਉਣੀ ਹੈ। ਪਟਕਲ ਜੀ ਆਖਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਸਰੂਪ ਕੋਲੋਂ ਜਦ ਨਾਮ ਪ੍ਰਾਪਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਧਿਆਨ ਦਾ ਭਾਵ ਕਿ ਗੁਰੂ ਅਮਰਦਾਸ ਅਕਾਲ ਪੁਰਖ ਜੋਤ ਸਰੂਪ ਹਨ, ਇਹ ਤੁਹਾਡਾ ਧਿਆਨ ਰਹੇ। ਫਿਰ ਗੁਰੂ ਅਮਰਦਾਸ ਸਾਹਿਬ ਆਪਣੀ ਕਿਰਪਾ ਦਾ ਪ੍ਰਕਾਸ਼ ਆਪਣੀ ਦਇਆ ਦੁਆਰਾ ਆਪਣੀ ਬਾਣੀ ਦੁਆਰਾ ਕਰਦੇ ਹਨ, ਅਤੇ ਬਾਣੀ ਦੁਆਰਾ ਉਹਨਾਂ ਦੇ ਸਗਲ ਜੀਵਨ ਨੂੰ ਚੀਨ ਕੇ ਉਹਨਾਂ ਦੇ ਕਿਰਪਾ ਸਰੂਪ ਦੇ ਨੇੜੇ ਹੋਣ ਦਾ ਯਤਨ ਕਰੋ। ਫਿਰ ਉਸ ਤੋਂ ਬਾਅਦ ਜਦੋਂ ਤੁਹਾਡੀ ਸੁਰਤ ਪਰਮ ਲੀਨ ਹੋ ਜਾਏਗੀ ਅਤੇ ਤੁਸੀਂ ਸਮਾਧੀ ਰੂਪ ਹੋ ਕੇ ਗੁਰੂ ਨਾਲ ਅਭੇਦ ਹੋ ਜਾਵੋਗੇ, ਤਾਂ ਪਟਕਲ ਸਹਾਰ ਜੀ ਆਖਦੇ ਹਨ ਹਰਖ ਸੋਗ ਸਮ ਕਰ ਸਹਾਰੇ। ਅਤੇ ਫਿਰ ਜਿਹੜਾ ਨਾਮ ਨੂੰ ਧਿਆਵਣ ਵਾਲਿਆਂ ਦਾ ਸਮਾਧੀ ਭਾਵ ਵਾਲੇ ਜਿਹੜੇ ਹਨ, ਹਰਖ ਸੋਗ, ਹਰਖ ਦਾ ਭਾਵ ਖੁਸ਼ੀ, ਸੋਗ ਦਾ ਭਾਵ ਗਮੀ, ਸਮ ਕਰਕੇ ਸਹਾਰ ਲੈਂਦੇ ਹਨ। ਹੁਣ ਇਹਦਾ ਭਾਵ ਅਸੀਂ ਕਿਉਂਕਿ ਗੰਭੀਰਤਾ ਦੇ ਨਾਲ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ। ਜਿਵੇਂ ਸਾਡੇ ਗੁਰਮਤਿ ਦੇ ਵਿੱਚ ਇੱਕ ਸਿੱਧਾ ਜਿਹਾ ਜਿਹੜਾ ਕਥਾ ਦਾ ਜਿਹਨੂੰ ਕਹਿ ਲਓ ਕਿ ਸਿੱਧਰਾ ਜਿਹਾ ਡਿਸਕੋਰਸ ਚੱਲਦਾ ਹੈ, ਉਹਦੇ ਵਿੱਚ ਕਿਹਾ ਜਾਂਦਾ ਜੀ ਗੁਰਮਤਿ ਵਿੱਚ ਕੋਈ ਸਮਾਧੀ ਨਹੀਂ ਹੈ, ਗੁਰਮਤਿ ਦੇ ਵਿੱਚ ਇਹਦਾ ਨਿਸ਼ੇਧ ਹੈ, ਇਹ ਪਾਖੰਡ ਹੈ, ਬੜਾ ਕੁਝ ਕਿਹਾ ਜਾਂਦਾ। ਪਰ ਪਟਕਲ ਜੀ ਆਖਦੇ ਨੇ ਜਹ ਨਾਮ ਸਮਾਧਿਓ, ਭਾਵ ਕਿ ਹੁਣ ਸਿੱਖ ਨੇ ਸਾਰਾ ਦਿਨ ਗੁਰੂ ਘਰ ਤਾਂ ਰਹਿਣਾ ਨਹੀਂ, ਨਾ ਸਾਰਾ ਦਿਨ ਸਿੱਖ ਚੌਂਕੜੀ ਮਾਰ ਸਕਦਾ ਹੈ, ਨਾ ਸਾਰਾ ਦਿਨ ਸਿੱਖ ਬਾਣੀ ਪੜ੍ਹ ਸਕਦਾ ਮੁੱਖ ਤੋਂ ਆਪਣੀ ਜ਼ੁਬਾਨ ਦੇ ਨਾਲ, ਨਾ ਸਾਰਾ ਦਿਨ ਬਾਣੀ ਸੁਣ ਸਕਦਾ ਹੈ। ਉਹਦੇ ਹੋਰ ਜੀਵਨ ਦੇ 50 ਤਰ੍ਹਾਂ ਦਾ ਉਹਦਾ ਸਿਲਸਿਲਾ ਹੈ। ਤਾਂ ਫਿਰ ਗੁਰੂ ਸਾਹਿਬ ਪਟਕਲ ਜੀ ਇੱਕ ਦ੍ਰਿਸ਼ਟੀ ਬਖਸ਼ਿਸ਼ ਕਰ ਰਹੇ ਹਨ, ਜਹ ਨਾਮ ਸਮਾਧਿਓ। ਸਮਾਧਿਓ ਦਾ ਭਾਵ ਕਿ ਜਿਸ ਰੂਪ ਦੇ ਵਿੱਚ ਵੀ ਜੀਵਨ ਦੇ ਵਿਚਰਾਂ ਉਹਦੇ ਵਿੱਚ ਮੇਰਾ ਚਿੱਤ ਇਸ ਤਰ੍ਹਾਂ ਥਿਰ ਹੋਵੇ ਕਿ ਉਹ ਸਿੱਧਾ ਗੁਰੂ ਰੂਪ ਨਾਲ ਜੁੜਦਾ ਹੋਵੇ। ਜਿਵੇਂ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਆਵਾਜ਼ ਵੀ ਸੁਣਾ, ਉਸ ਆਵਾਜ਼ ਨੂੰ ਸੁਣ ਕੇ ਪਤਾ ਇਹ ਅਨੁਭਵ ਆਵੇ ਮੇਰੇ ਹਿਰਦੇ ਅੰਦਰ ਕਿ ਇਹ ਆਵਾਜ਼ ਜੇ ਮਨੁੱਖ ਅਕਾਲ ਪੁਰਖ ਦੇਹੀ ਦੇ ਅੰਦਰ ਮਨੁੱਖ ਦੀ ਅੰਦਰ ਪੈਦਾ ਨਾ ਕਰੇ ਤਾਂ ਸਾਰੀ ਦੁਨੀਆ ਦਾ ਭਾਸ਼ਾ ਗਿਆਨ ਪ੍ਰਫੁੱਲਤ ਨਹੀਂ ਹੋ ਸਕਦਾ। ਕੋਈ ਆਵਾਜ਼ ਸੁਣਨਾ ਵੀ ਸਾਡਾ ਸਮਾਧੀ ਰੂਪ ਧਿਆਨ ਹੋ ਸਕਦਾ ਹੈ। ਸਮਾਧੀ ਦਾ ਭਾਵ ਜਿੱਥੇ ਜਾ ਕੇ ਬੰਦਾ ਬਿਲਕੁਲ ਸਥਿਤ ਹੋ ਜਾਵੇ। ਹੁਣ ਕੁਦਰਤੀ ਹੋ ਸਕਦਾ ਬੰਦੇ ਨੂੰ ਸਾਰਾ ਦਿਨ ਬਾਣੀ ਪੜ੍ਹਨ ਦਾ ਟਾਈਮ ਨਾ ਲੱਗੇ, ਪਰ ਬਾਣੀ ਦੀ ਸੁਰਤ ਦਾ ਕੋਈ ਖਿਆਲ ਜਿਹੜਾ ਉਹ ਆਲੇ ਦੁਆਲੇ ਵਾਪਰਦਾ ਹੋਇਆ ਉਹਦੇ ਆਪਣੇ ਬਿਰਤੀ ਟਿਕਾਈ ਜਾਵੇ ਬਾਰ-ਬਾਰ। ਜਿਵੇਂ ਕੁਦਰਤੀ ਹੈ ਗੁਆਂਢ ਦੇ ਵਿੱਚ ਮ੍ਰਿਤੂ ਹੋ ਗਈ, ਆਪਣੇ ਘਰ ਦੇ ਵਿੱਚ ਮ੍ਰਿਤੂ ਹੋ ਗਈ, ਉਸ ਮ੍ਰਿਤੂ ਦਾ ਜਿਹੜਾ ਆਦ ਅੰਤ ਬੁੱਝਣ ਦੇ ਲਈ ਜਿੰਨਾ ਧਿਆਨ ਇਕਾਗਰ ਕਰੇਗਾ ਉਹ ਸਮਾਧੀ ਰੂਪ ਬਣ ਜਾਏਗਾ। ਅਤੇ ਪਟਕਲ ਜੀ ਆਖਦੇ ਨੇ ਜਹ ਨਾਮ ਸਮਾਧਿਓ। ਗੁਰੂ ਅਮਰਦਾਸ ਸਾਹਿਬ ਜੀ ਐਸੇ ਨਾਮ ਦਾ ਭੇਦ ਦਿੰਦੇ ਹਨ ਜਿਸ ਨਾਮ ਦੇ ਨਾਲ ਜੀਵ ਨੂੰ ਆਪਣੀ ਦੇਹ ਅਤੇ ਆਤਮ ਦਾ ਸਿਲਸਿਲਾ ਵੱਖਰਾ ਵੱਖਰਾ ਕਰਨਾ ਆ ਜਾਂਦਾ ਹੈ। ਦੇਹ ਅਤੇ ਆਤਮ ਦਾ ਸਿਲਸਿਲਾ ਵੱਖਰਾ ਵੱਖਰਾ ਕਰਨ ਦਾ ਭਾਵ ਕੀ ਹੈ ਕਿ ਜਦੋਂ ਤੱਕ ਸਾਡੇ ਸਰੀਰ ਦੀ ਹੰਗਤਾ ਦਾ ਭਾਵ ਹੈ ਕਿ ਮੈਂ ਹਾਂ, ਜਦੋਂ ਤੱਕ ਇਹ ਭਰਮ ਗਹਿਰਾ ਹੋ ਕੇ ਸਾਡੇ ਜੀਵਨ 'ਚ ਬਣਿਆ ਰਹਿੰਦਾ, ਮ੍ਰਿਤੂ ਦਾ ਡਰ ਸਾਨੂੰ ਵਿਆਪਦਾ ਹੈ, ਦੁੱਖ ਦਾ ਵੀ ਡਰ ਵਿਆਪਦਾ, ਦੁੱਖ ਦੀ ਪੀੜ ਵੀ ਵਿਆਪਦੀ ਹੈ।
ਪਰ ਜਿਹੜੇ ਨਾਮ ਦਾ ਅਭਿਆਸ ਬਹੁਤ ਜ਼ਿਆਦਾ ਕਰ ਲੈਂਦੇ ਹਨ, ਫਿਰ ਉਹਨਾਂ ਦੇਹ ਅਤੇ ਆਤਮ ਵੱਖਰਾ ਹੋ ਜਾਂਦਾ ਹੈ। ਰਹਿੰਦਾ ਇੱਕੋ ਸੰਗ ਹੀ ਹੈ, ਪਰ ਉਹਨਾਂ ਦਾ ਅੰਦਰੂਨੀ ਸੰਪਰਕ ਟੁੱਟ ਜਾਂਦਾ। ਇਸ ਕਰਕੇ ਹਰਖ ਸੋਗ ਸਮ ਕਰ ਸਹਾਰੇ, ਖੁਸ਼ੀ ਗਮੀ ਵਿੱਚ ਇੱਕ ਜਿਹੋ ਜਿਹੇ ਹੋ ਜਾਂਦੇ ਹਨ। ਨਾਮ ਸਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ। ਅਤੇ ਭੱਟ ਕਲ ਜੀ ਉਚਾਰਨ ਕਰਦੇ ਹਨ, ਨਾਮ ਹੀ ਸਭ ਤੋਂ ਸ਼੍ਰੋਮਣੀ ਹੈ। ਕਹਿੰਦੇ ਸਾਰਿਆਂ ਦੇ ਵਿੱਚ ਸਭ ਤੋਂ ਉੱਤਮ ਨਾਮ ਹੈ, ਭਗਤ ਰਹੇ ਲਿਵਤਾਰ। ਅਤੇ ਭਗਤ ਲੋਕ ਸਦਾ ਹੀ ਲਿਵਤਾਰ ਕਰਕੇ ਉਸ ਸਰੂਪ ਨੂੰ ਸਿਮਰਦੇ ਰਹਿੰਦੇ ਹਨ। ਇਸ ਕਰਕੇ ਜ਼ਿਕਰ ਕਰਦੇ ਹਨ, ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ। ਤਾਂ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਇਹੀ ਨਾਮ ਦਾ ਪਦਾਰਥ ਰੂਪ ਜਿਹੜਾ ਅਜਮਤ ਹੈ, ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਅਕਾਲ ਪੁਰਖ ਗੁਰੂ ਨਾਨਕ ਸਰੂਪ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਸਤ ਸੂਰੋ ਸੀਲ ਬਲਵੰਤ ਸਤ ਭਾਏ, ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ। ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਖਸੀਅਤ ਦੇ ਅੰਦਰਲੇ ਗੁਣ ਕਿਹੜੇ ਹਨ। ਹੁਣ ਅਸੀਂ ਕਿਸੇ ਮਨੁੱਖ ਦਾ ਕੁਦਰਤੀ ਹੈ, ਕਿਸੇ ਦੀ ਆਵਾਜ਼ ਜਿਹੜੀ ਹੈ, ਅਸੀਂ ਕਿਸੇ ਦੀ ਆਵਾਜ਼ ਸੁਣੀਏ, ਕਿਸੇ ਦੀ ਬਾਤ ਸੁਣੀਏ ਤਾਂ ਉਹਦੇ ਤੋਂ ਅਸੀਂ ਨਿਰਣਾ ਕਰ ਲੈਂਦੇ ਹਾਂ ਜੀ ਹਾਂ ਇਹਦੀ ਆਵਾਜ਼ ਬੜੀ ਸੁਰੀਲੀ ਹੈ, ਇਹਦੀ ਗੱਲਬਾਤ ਬੜੀ ਚੰਗੀ ਹੈ, ਇੰਨਾ ਕੁ ਨਿਰਣਾ ਹੁੰਦਾ। ਪਰ ਭੱਟ ਸਾਹਿਬਾਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਕਿੰਨਾ ਗਹਿਰਾਈ ਦੇ ਨਾਲ ਦੇਖਦੇ ਹਨ, ਨਿਹਾਰਦੇ ਹਨ। ਆਖਦੇ ਹਨ ਸਤ ਸੂਰੋ। ਅਸੀਂ ਤਾਂ ਕੇਵਲ ਇੰਨਾ ਸੁਣਿਆ ਨਾ ਕਿ ਭਾਈ ਦਾਤੂ ਜੀ ਨੇ ਉਹਨਾਂ ਦਾ ਅਪਮਾਨ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਦਾ, ਅਤੇ ਗੁਰੂ ਸਾਹਿਬ ਜੀ ਅੱਗੋਂ ਬਿਲਕੁਲ ਸ਼ਾਂਤ ਰਹੇ। ਭੱਟ ਕਲ ਜੀ ਆਖਦੇ ਹਨ ਸਤ ਸੂਰੋ, ਕਿ ਆਪਣਾ ਸਹਿਜ ਰੂਪ ਜਿਹੜਾ ਆਚਰਣ ਹੈ, ਜਿਹੜਾ ਕਿਸੇ ਦੂਜੇ ਦੇ ਨਾਲ ਕਿਸੇ ਤਰ੍ਹਾਂ ਦੇ ਕਰਮ ਕਰਨ ਦੇ ਨਾਲ ਪ੍ਰਭਾਵਿਤ ਨਹੀਂ ਹੋ ਸਕਦਾ, ਅਜਿਹਾ ਪ੍ਰਮੁੱਖ ਗੁਣ, ਅਜਿਹੀ ਸੂਰਬੀਰਤਾ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਹੈ। ਇੱਕ ਸੂਰਬੀਰਤਾ ਹੁੰਦੀ ਹੈ ਮਾਰਨ ਵਾਲੀ, ਇੱਕ ਸੂਰਬੀਰਤਾ ਹੁੰਦੀ ਹੈ ਖਵਣ ਵਾਲੀ, ਭਾਵ ਜਰਨ ਵਾਲੀ। ਅਤੇ ਭੱਟ ਕਲ ਜੀ ਆਖਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਹਿਰਦੇ ਅੰਦਰ ਸਤ ਸੂਰੋ, ਭਾਵ ਕਿ ਐਸੀ ਸੂਰਬੀਰਤਾ ਹੈ ਜਿਹੜੀ ਸਾਰੀ ਸ੍ਰਿਸ਼ਟੀ ਦੇ ਦੁੱਖ ਨੂੰ, ਸਾਰੀ ਸ੍ਰਿਸ਼ਟੀ ਦੀ ਮਨਮੁਖਤਾ ਨੂੰ, ਸਾਰੀ ਸ੍ਰਿਸ਼ਟੀ ਦੇ ਅਪਰਾਧ ਨੂੰ ਖਵਣ ਵਾਲੀ ਹੈ। ਜਿਵੇਂ ਸਾਡੇ ਕੋਲ ਕਈ ਵਾਰੀ ਕਿਸੇ ਦੀ ਇੱਕ ਗੁਸਤਾਖੀ ਨਹੀਂ ਬਰਦਾਸ਼ਤ ਹੁੰਦੀ, ਪਰ ਭੱਟ ਕਲ ਜੀ ਆਖਦੇ ਹਨ ਕਿ ਇਸ ਨੁਕਤੇ ਤੋਂ ਜੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਖੀਏ ਤਾਂ ਉਹਨਾਂ ਦਾ ਖਵਣ ਗੁਣ ਸੂਰਿਆਂ ਵਾਂਗ ਬੜਾ ਵੱਡਾ ਵਿਸ਼ਾਲ ਹੈ। ਅੱਗੇ ਆਖਦੇ ਹਨ ਸੀਲ ਬਲਵੰਤ ਸਤ ਪਾਏ। ਸੀਲ ਦਾ ਭਾਵ ਇੰਨਾ ਸ਼ਾਂਤ ਸਹਿਜ ਸੁਭਾਅ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ ਕਿ ਕਿਸੇ ਦਾ ਉਗਣ ਆਪਣੇ ਚਿੱਤ ਅੰਦਰ ਨਹੀਂ ਧਰਦੇ ਹਨ। ਜਦੋਂ ਭਾਈ ਦਾਤੂ ਜੀ ਨੇ ਅਪਮਾਨ ਕਰ ਦਿੱਤਾ ਤਾਂ ਉਹਨਾਂ ਕਿਹਾ ਕਿ ਤੁਸੀਂ ਇੱਥੇ ਨਾ ਰਹੋ ਜੀ, ਤੁਸੀਂ ਕਿਤੇ ਹੋਰ ਚਲੇ ਜਾਓ। ਤਾਂ ਗੁਰੂ ਅਮਰਦਾਸ ਸਾਹਿਬ ਜੀ ਰਾਤ ਦੇ ਸਮੇਂ ਨਿਕਲ ਗਏ ਅਤੇ ਕਿਤੇ ਦੂਰ ਚਲੇ ਗਏ, ਬਾਸਰ ਕੇ ਨਗਰ ਪਿੰਡ ਦੇ ਨੇੜੇ ਚਲੇ ਗਏ। ਉੱਥੇ ਜਾ ਕੇ ਇਕਾਂਤ ਦੇ ਵਿੱਚ ਰਹਿ ਗਏ, ਅਤੇ ਇਕਾਂਤ ਵਿੱਚ ਜਾ ਕੇ ਕੋਈ ਰੋਸ ਨਹੀਂ ਹੈ ਗੁਰੂ ਸਾਹਿਬ ਜੀ ਦਾ, ਉੱਥੇ ਬੜੇ ਸਹਿਜ ਦੇ ਵਿੱਚ ਨਿਰੋਲ ਬੈਠੇ ਹਨ। ਤਾਂ ਭੱਟ ਕਲ ਜੀ ਆਖਦੇ ਹਨ ਕਿ ਸਤ ਸੂਰੋ, ਸਹਿਜ ਦਾ ਆਚਰਣ ਗੁਰੂ ਅਮਰਦਾਸ ਸਾਹਿਬ ਜੀ ਤੁਹਾਡਾ ਇੰਨਾ ਵੱਡਾ, ਦੁਨੀਆ ਦਾ ਕੋਈ ਸ਼ਖਸ ਉਹਨੂੰ ਡੁਲਾ ਨਹੀਂ ਸਕਦਾ। ਸੀਲ ਬਲਵੰਤ ਸਤ ਭਾਏ, ਕਿ ਫਿਰ ਤੁਹਾਡੇ ਅੰਦਰ ਜਿਹੜਾ ਸ਼ਾਂਤ ਸੁਭਾਅ ਉਹਦੀ ਤਕੜਾਈ ਇੰਨੀ ਹੈ ਕਿ ਕੁੱਲ ਜ਼ਮਾਨੇ 'ਚ ਵੀ ਉਹਦਾ ਵਿਰੋਧ ਪੈਦਾ ਹੋ ਜਾਵੇ, ਤੁਸੀਂ ਆਪਣੀ ਸ਼ਾਂਤਗੀ ਦਾ ਮੁਕਾਮ ਕਦੇ ਵੀ ਨਹੀਂ ਤਿਆਗੋਗੇ। ਜਿਵੇਂ ਬੀਰਬਲ ਵਰਗੇ ਚੜ੍ਹ ਕੇ ਆਏ, ਗੋਇੰਦਵਾਲ ਵਿਖੇ ਰਹਿੰਦਿਆਂ ਹੋਇਆਂ ਜਾਤ ਅਭਿਮਾਨੀ ਬ੍ਰਾਹਮਣਾਂ ਨੇ ਝਗੜੇ ਪੈਦਾ ਕੀਤੇ, ਸ਼ੇਖਾਂ ਦੇ ਲੜਕਿਆਂ ਨੇ ਲੜਾਈਆਂ ਕੀਤੀਆਂ, ਪਰ ਸਾਰੀਆਂ ਹਾਲਤਾਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਸ਼ਾਂਤ ਚਿੱਤ ਰਹੇ। ਅਤੇ ਭੱਟ ਸਾਹਿਬਾਨ ਆਖਦੇ ਹਨ ਬਲਵੰਤ ਸਤ ਭਾਏ, ਕਿ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਅੰਦਰ ਐਸਾ ਬਲ ਹੈ ਜਿਹੜਾ ਸਾਰੇ ਕੁਝ ਨੂੰ ਸ਼ਾਂਤ ਸਹਿਜ ਦੇ ਨਾਲ ਸਮਾਉਣ ਵਾਲਾ। ਹੁਣ ਜਿਵੇਂ ਦੁਬਾਰਾ ਇਹਦਾ ਜ਼ਿਕਰ ਕਰਦੇ ਹਾਂ, ਉਂਝ ਕੁਦਰਤੀ ਬੰਦੇ ਦੇ ਅੰਦਰ ਸਹਿਜ ਹੋਣਾ ਇੱਕ ਚੰਗੀ ਗੱਲ ਹੈ, ਪਰ ਜਿਹਦਾ ਸਹਿਜ ਕਿਸੇ ਦੀ ਵਿਰੋਧਤਾਈ ਕਰਕੇ, ਕਿਸੇ ਦੇ ਪ੍ਰਤੀ ਖੁਣਸ ਕਰਕੇ ਵੀ, ਹੁਣ ਕੋਈ ਉਂਝ ਸਾਡੇ ਅੰਦਰ ਸਹਿਜ, ਅਸੀਂ ਕਿਸੇ ਨੂੰ ਮੰਨ ਲਓ ਮਾੜਾ ਨਹੀਂ ਕਹਿੰਦੇ, ਪਰ ਜਦੋਂ ਕੋਈ ਮਾੜਾ ਕਹੇਗਾ ਫਿਰ ਸਾਡਾ ਸਹਿਜ ਡੋਲ ਜਾਂਦਾ ਹੈ। ਤਾਂ ਭੱਟ ਕਲ ਜੀ ਆਖਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਤੁਹਾਡਾ ਸ਼ਾਂਤ ਸਹਿਜ ਸੁਭਾਅ ਇਸ ਤਰ੍ਹਾਂ ਦਾ ਕਿ ਕੁੱਲ ਵਿਰੋਧਤਾ ਦੇ ਬਾਵਜੂਦ ਵੀ ਉਹ ਆਪਣਾ ਅਸਲ ਕੇਂਦਰ ਨਹੀਂ ਤਿਆਗਦਾ।
ਤੁਹਾਡੇ ਅੰਦਰ ਸ਼ਾਂਤ ਸੁਭਾਅ ਦੀ ਇੰਨੀ ਤਕੜਾਈ ਹੈ, ਇੰਨਾ ਮਿੱਠ ਸੁਭਾਅ ਹੈ ਕਿ ਕੁੱਲ ਜ਼ਮਾਨੇ ਦੀ ਜੇ ਨਫ਼ਰਤ ਦੇ ਵੀ ਬੋਲ ਤੁਹਾਡੇ ਪ੍ਰਤੀ ਉਚਾਰਨ ਹੋਣ, ਤੁਸੀਂ ਉਹਨੂੰ ਵੀ ਸ਼ਾਂਤ ਸਹਿਜ ਨਾਲ ਸਮਾਉਣ ਵਾਲੇ ਹੋ। ਅਤੇ ਅੱਗੇ ਆਖਦੇ ਹਨ ਸੰਗਤ ਸਗਨ ਗਰੂਆ ਮਤ, ਕਿ ਇਹੀ ਜਿਹੜਾ ਗੁਣਾਂ ਦਾ ਪ੍ਰਕਾਸ਼ ਆਪ ਜੀ ਨੇ ਸੰਗਤ ਦੇ ਅੰਦਰ ਕਰ ਦਿੱਤਾ ਹੈ, ਸੰਗਣਾ ਕਰਕੇ ਗੁਰੂ ਮਤ, ਬੜੀ ਗੰਭੀਰ ਮਤ ਦੇ ਨਾਲ ਤੁਸੀਂ ਸਿੱਖਾਂ ਨੂੰ ਇਹ ਜੀਵਨ ਸਿਖਾ ਦਿੱਤੀ ਹੈ। ਨਿਰਵੈਰ ਲੀਣਾ ਅਤੇ ਇਹਨਾਂ ਗੁਣਾਂ ਨੂੰ ਦ੍ਰਿੜ ਕਰਕੇ ਸਿੱਖਾਂ ਦਾ ਜੀਵਨ, ਸਾਰੀ ਕਾਇਨਾਤ ਦਾ ਜੀਵਨ ਨਿਰਵੈਰ ਹੋ ਰਿਹਾ ਹੈ। ਹੁਣ ਜਿਵੇਂ ਅਸੀਂ ਇੱਕ ਦਫਾ ਕਈ ਪ੍ਰਸ਼ਨ ਸਾਡੇ ਜੀਵਨ 'ਚ ਆਉਂਦੇ ਹਨ, ਕੁਦਰਤੀ ਹੈ। ਇੱਕ ਪ੍ਰਸ਼ਨ ਹੈ ਜਿਹੜਾ ਮੈਂ ਕਈ ਦਿਨਾਂ ਤੋਂ ਵਿਚਾਰ ਰਿਹਾ, ਕਦੇ ਸਮਾਂ ਬਣਿਆ ਤਾਂ ਉਹਦੀ ਵਿਚਾਰ ਰੱਖਾਂ ਕਿ ਕਥਾ ਸ਼ਰਵਣ ਕਿਉਂ ਕਰਨੀ ਹੈ। ਕੁਦਰਤੀ ਹੈ, ਹੋ ਸਕਦਾ ਤੁਹਾਡੇ ਕੋਲ ਦਾ ਉੱਤਰ ਹੋਵੇ, ਪਰ ਉਹਦੇ ਨੁਕਤੇ ਨਾਲ ਜੁੜਦੀ ਇੱਕ ਬਾਤ ਆਪਦੇ ਸਨਮੁਖ ਰੱਖਦਾ ਕਿ ਜਿਹੜਾ ਜੀਵਨ ਅਧਿਆਤਮਿਕਤਾ ਨੂੰ ਨਾ ਤਾਂ ਜਾਣਦਾ ਹੈ, ਜਿਵੇਂ ਹੁਣ ਸਹਿਜ ਹੈ, ਇਹਦਾ ਪੂਰਾ ਕੀ ਵਿਸਥਾਰ ਹੈ ਸਾਨੂੰ ਨਹੀਂ ਪਤਾ। ਜਿਹੜਾ ਸ਼ਾਂਤ ਸਹਿਜ ਦੀ ਤਕੜਾਈ ਹੈ ਉਹ ਕੀ ਹੈ ਸਾਨੂੰ ਨਹੀਂ ਪਤਾ। ਫਿਰ ਇਹਦਾ ਭੇਦ ਜਦੋਂ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਹਨ, ਉਹਦੇ ਨਾਲ ਜੁੜ ਕੇ ਜੀਵਨ ਦੀ ਉਚਾਈ ਨੂੰ ਕਮਾਉਣਾ ਇਹ ਕਥਾ ਦੇ ਮਾਧਿਅਮ ਨਾਲ ਸਮਝ ਆਉਂਦਾ। ਅਤੇ ਭੱਟ ਕਲ ਜੀ ਆਖਦੇ ਹਨ ਕਿ ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਪਹਿਲਾਂ ਇਹ ਸਾਰੇ ਪ੍ਰਮੁੱਖ ਗੁਣ ਤੁਹਾਡੇ ਅੰਦਰ ਅਥਾਹ ਭਰੇ ਹਨ, ਫਿਰ ਸੰਗਤ ਰੂਪ ਦੇ ਵਿੱਚ ਤੁਸੀਂ ਐਸੇ ਉਹਨਾਂ ਦਾ ਵਰਤਾਉਣਾ ਕੀਤਾ ਹੈ ਕਿ ਸਾਰੇ ਨਿਰਵੈਰ ਪੁਰਖ ਹੋ ਗਏ ਹਨ, ਭਾਵ ਕਿ ਸਾਰਿਆਂ ਨੂੰ ਖਵਣ ਦਾ ਗੁਣ ਸਿਖਾਇਆ ਹੈ। ਹੁਣ ਜਦੋਂ ਦੇਖੋ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਦਾਤੂ ਜੀ ਦਾ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕੋਈ ਵਾਕ ਨਹੀਂ ਕਿਹਾ, ਕੋਈ ਇਤਰਾਜ਼ ਨਹੀਂ ਕੀਤਾ, ਸਗੋਂ ਫਿਰ ਖਿਮਾ ਦੇ ਜਾਚਕ ਹੋਏ। ਤਾਂ ਇਹਦਾ ਭਾਵ ਹੈ ਕਿ ਇਕੱਲਾ ਗੁਰੂ ਸਾਹਿਬ ਆਪਣੀ ਕਿਰਿਆ ਨਹੀਂ ਕਰ ਰਹੇ, ਸਾਰੀ ਸੰਗਤ ਦੇ ਅੰਦਰ ਪੈਗਾਮ ਜਾ ਰਿਹਾ ਕਿ ਸਤਿਗੁਰੂ ਜਿਹੜਾ ਗੁਰਿਆਈ ਦਾ ਮਾਲਕ ਹੈ, ਜੇ ਉਹ ਇੰਨੀ ਖਿਮਾ ਦੇ ਸਹਿਤ ਹੋ ਸਕਦਾ ਤੇ ਉਹਨੂੰ ਨਮਨ ਕਰਨ ਵਾਲੇ ਸਿੱਖ ਦੇ ਅੰਦਰ ਖਿਮਾ ਕਿਉਂ ਨਹੀਂ ਆਉਣੀ ਚਾਹੀਦੀ। ਇਸ ਕਰਕੇ ਭੱਟ ਕਲ ਜੀ ਆਖਦੇ ਹਨ ਜਿਸ ਧੀਰਜ ਧੁਰ ਧਵਲ ਤੁਜਾ ਸੇਤ ਬੈਕੁੰਠ ਬੀਣਾ। ਅਤੇ ਕਹਿੰਦੇ ਜਿਨ੍ਹਾਂ ਦੇ ਧੀਰਜ ਦੀ, ਕਹਿੰਦੇ ਹੁਣ ਗੁਰੂ ਅਮਰਦਾਸ ਸਾਹਿਬ ਦੀ ਸ਼ਖਸੀਅਤ ਦਾ ਇੱਕ ਗੁਣ ਹੈ ਕਿ ਉਹ ਬੜੇ ਧੀਰਜਵਾਨ ਹਨ। ਧੀਰਜਵਾਨ ਦਾ ਭਾਵ ਇਹ ਹੈ ਕਿ ਉਹ ਜਦੋਂ ਜੀਵਨ ਦੀ ਜਿਸ ਅਵਸਥਾ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਕੇ ਗੁਰੂ ਦੀ ਸੋਝੀ ਆਈ, ਉਹਦੇ ਵਿੱਚ ਆ ਕੇ ਦੁਬਿਧਾ ਗ੍ਰਸਤ ਨਹੀਂ ਹੋਏ, ਉਸ ਦਿਨ ਤੋਂ ਹੀ ਸਾਧਨਾ ਸ਼ੁਰੂ ਕਰ ਲਈ। ਕਹਿੰਦੇ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਦੇਖ ਕੇ ਸਾਰੀ ਲੋਕਾਈ ਦੇ ਅੰਦਰ ਇੱਕ ਧੀਰਜ, ਉਹਨਾਂ ਦਾ ਕਹਿੰਦੇ ਧੀਰਜ ਰੂਪ ਝੰਡਾ ਝੂਲਦਾ ਹੈ, ਜਿਹਨੂੰ ਦੇਖ ਕੇ ਸਾਰੀ ਲੋਕਾਈ ਨੂੰ ਧੀਰਜ ਪੈਦਾ ਹੁੰਦਾ ਹੈ। ਤਾਂ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਉਹਨਾਂ ਦਾ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਜ਼ਿਕਰ ਆਉਂਦਾ ਗੁਰੂ ਅਮਰਦਾਸ ਸਾਹਿਬ ਜੀ ਦਾ ਕਿ ਘਰ ਹੀ ਬੈਠਿਆਂ ਸੌ ਮਿਲੈ ਜੇ ਨੀਅਤ ਰਾਸ ਕਰੇ, ਕਿ ਜੇ ਕੋਈ ਅਵਸਥਾ ਦਾ ਮੁਲਾਂਕਣ ਨਹੀਂ ਹੈ, ਜਿਵੇਂ ਉਹਨਾਂ ਦੇ ਸਲੋਕ ਹਨ, ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ। ਅਤੇ ਇਹ ਅੱਗੇ ਆਖਦੇ ਨੇ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਤਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ਖਸੀਅਤ ਬਾਰੇ ਭੱਟ ਸਾਹਿਬਾਨ ਆਖਦੇ ਹਨ ਕਿ ਤੁਹਾਡੀ ਸ਼ਖਸੀਅਤ ਧੀਰਜ ਦੇ ਝੰਡੇ ਵਾਂਗ ਹੈ, ਭਾਵ ਕਿ ਜਿਹੜਾ ਅਜੇ ਤੱਕ ਸੱਤ ਮਾਰਗ ਵੱਲ, ਧਰਮ ਦੇ ਸੱਦ ਮਾਰਗ ਵੱਲ ਨਹੀਂ ਜੁੜਿਆ, ਜਦੋਂ ਤੁਹਾਡਾ ਜੀਵਨ ਉਹਦੇ ਸਾਹਮਣੇ ਆਉਂਦਾ ਹੈ ਤਾਂ ਉਹਦੇ ਅੰਦਰ ਇੱਕ ਆਸ ਦੀ ਵੱਡੀ ਕਿਰਨ ਪੈਦਾ ਹੋ ਜਾਂਦੀ ਹੈ ਅਤੇ ਉਹ ਵੀ ਧਰਮ ਦੇ ਸੱਦ ਮਾਰਗ ਵੱਲ ਜੁੜ ਜਾਂਦਾ। ਅਤੇ ਕਹਿੰਦੇ ਸੇਤ ਬੈਕੁੰਠ ਬੀਣਾ। ਅਤੇ ਇਸ ਲੋਕ ਤੋਂ ਪਰਲੋਕ ਤੱਕ, ਇਸ ਲੋਕ ਤੋਂ ਨਿਰੰਕਾਰ ਤੱਕ ਸਾਰੀ ਲੋਕਾਈ ਦਾ ਮਿਲਾਪ ਕਰਵਾਉਣ ਦੇ ਲਈ ਆਪ ਜੀ ਨੇ ਭਗਤੀ ਰੂਪ ਪੁੱਲ ਬਣਾਇਆ ਹੋਇਆ ਹੈ। ਪਰਸਹਿ ਸੰਤ ਪਿਆਰ ਜਿਹ ਕਰਤਾਰ ਹੈ ਸੰਜੋਗ। ਤਾਂ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਪੁਰਖਾਂ ਦਾ ਅਕਾਲ ਪੁਰਖ ਦੇ ਨਾਲ ਸੰਜੋਗ ਹੋਇਆ ਹੈ ਉਹ ਸਾਰੇ ਸੰਤ ਪੁਰਖ, ਕਿਉਂਕਿ ਜਿਹੜੇ ਸੰਤ ਪੁਰਖਾਂ ਨੇ ਪਰਮੇਸ਼ਰ ਦੀ ਬੰਦਗੀ ਕਰਕੇ ਉਹਦੇ ਪ੍ਰਕਾਸ਼ ਨੂੰ ਆਪਣੀ ਸੁਰਤ ਦੇ ਵਿੱਚ ਤੱਕਿਆ ਹੈ, ਕਹਿੰਦੇ ਫਿਰ ਉਸ ਪ੍ਰਕਾਸ਼ ਦਾ ਉਹ ਪ੍ਰਤੱਖ ਨੂਰ ਦੇਖਣਾ ਚਾਹੁੰਦੇ ਹਨ। ਅਤੇ ਜਦੋਂ ਆਪ ਜੀ ਦੇ ਸਰੂਪ ਨੂੰ ਦੇਖਦੇ ਹਨ ਅਤੇ ਫਿਰ ਪਰਸਹਿ ਸੰਤ ਪਿਆਰ, ਅਤੇ ਉਹ ਸਾਰੇ ਸੰਤ ਲੋਕ ਪਿਆਰ ਕਰਕੇ ਆਪ ਜੀ ਦੇ ਚਰਨਾਂ ਨੂੰ ਪਰਸਦੇ ਹਨ। ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤੋ ਜੋਗ। ਤਾਂ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਐਸੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਨੇ ਸਾਰੀ ਕਾਇਨਾਤ ਨੂੰ
ਅਕਾਲ ਪੁਰਖ ਦੇ ਸਦ ਮਾਰਗ ਦੇ ਨਾਲ ਜੋੜਿਆ। ਕਹਿੰਦੇ ਸਤਿਗੁਰ ਸੇਵ ਸੁਖ ਪਾਇਓ। ਐਸੇ ਸਤਿਗੁਰੂ ਦੇ ਮੁਬਾਰਕ ਚਰਨਾਂ ਨੂੰ ਪਰਸ ਕਰਕੇ ਆਤਮਿਕ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਨਾਮ ਨਾਵਣ ਨਾਮ ਰਸ ਖਾਣ, ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ। ਹੁਣ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਦਰਬਾਰ ਵਿੱਚ ਜਾਂ ਉਹਨਾਂ ਦੇ ਜੀਵਨ ਦਾ ਵਿਵਹਾਰ ਚੱਲਦਾ ਕਿਵੇਂ ਹੈ, ਤਾਂ ਜ਼ਿਕਰ ਕਰਦੇ ਹਨ ਨਾਮ ਨਾਵਣ ਨਾਮ ਰਸ ਖਾਣ। ਨਾਮ ਰਸ ਦਾ ਭਾਵ ਹੁਣ ਆਪਦੇ ਸਰਮੁਖ ਜ਼ਿਕਰ ਕਰਦਿਆਂ ਕਦੇ ਇਸ ਤਰ੍ਹਾਂ ਦੇ ਅਨੁਭਵ ਦੇ ਵਿੱਚ ਜਾਣ ਦਾ ਯਤਨ ਕਰਨਾ ਚਾਹੀਦਾ। ਜਿਹੜਾ ਬਹੁਤ ਬੰਦਾ ਗਹਿਰਾਈ ਦੇ ਨਾਲ ਕੀਰਤਨ ਸੁਣਦਾ ਹੈ, ਇਹ ਉਸ ਬੰਦੇ ਦੀ ਬਾਤ ਹੈ ਜਿਹੜਾ ਦਿਨ ਦੇ ਵਿੱਚ 8-9 ਘੰਟੇ ਕੀਰਤਨ ਸੁਣਦਾ, 1-2 ਘੰਟੇ ਵਾਲੇ ਦੀ ਬਾਤ ਨਹੀਂ ਹੈ। ਜਿਹੜਾ ਕੋਈ ਮਨੁੱਖ 8-9 ਘੰਟੇ ਰੋਜ਼ਾਨਾ ਕੀਰਤਨ ਸੁਣਦਾ ਬੜੀ ਗਹਿਰਾਈ ਦੇ ਨਾਲ ਸੁਣਦਿਆਂ ਜਦੋਂ ਕਈ ਮਹੀਨਿਆਂ ਦੀ ਉਹਦੀ ਸਾਧਨਾ ਹੋ ਜਾਂਦੀ ਹੈ, ਫਿਰ ਉਹ ਇਸ ਪੱਧਰ 'ਤੇ ਪੁੱਜਦਾ ਹੈ ਕਿ ਉਹਦੀ ਦੇਹ, ਉਹਦਾ ਮਨ, ਉਹਦਾ ਬਾਹਰ ਦਾ ਸੰਸਾਰ ਹੌਲੀ ਹੌਲੀ ਉਹਦੇ ਅੰਦਰੋਂ ਮਨਫੀ ਹੋਣ ਲੱਗ ਪਿਆ। ਮਤਲਬ ਹੁਣ ਉਹ ਬਾਹਰ ਜਿੰਨਾ ਮਰਜ਼ੀ ਦੇਖ ਲਏ, ਬਾਹਰ ਦੇਖੀ ਜਾਵੇਗਾ, ਪਰ ਬਾਹਰ ਦਾ ਦੇਖਿਆ ਉਹਦੇ ਅੰਦਰ ਕੋਈ ਪ੍ਰਭਾਵ ਨਹੀਂ ਪਾਏਗਾ। ਭਾਵ ਕਿ ਉਹ ਜੇ 10 ਘੰਟੇ TV ਅੱਗੇ ਵੀ ਬੈਠ ਜਾਏ, TV ਦੇ ਸਾਰੇ ਦ੍ਰਿਸ਼ਾਂ ਨੂੰ ਦੇਖੀ ਜਾਵੇ, ਉਹਨੂੰ ਕੋਈ ਖਿਆਲ ਨਹੀਂ ਰਹੇਗਾ, ਕਿਸੇ ਤਰ੍ਹਾਂ ਦੀ ਯਾਦਾਸ਼ਤ ਵਿੱਚ ਵਸੇਗਾ ਨਹੀਂ। ਨਾਮ ਰਸ ਦੇ ਵਿੱਚ ਲਿਪਤ ਰਹਿਣ ਵਾਲੇ ਬੰਦਿਆਂ ਦਾ ਫਿਰ ਜੀਵਨ ਜਿਹੜਾ ਹੈ ਉਹ ਸਗਲ ਪ੍ਰਕਾਰ ਦੀ ਦੁਨਿਆਵੀ ਭਟਕਣ ਤੋਂ ਉੱਪਰ ਉੱਠ ਜਾਂਦਾ ਹੈ। ਦੁਨੀਆ ਕਹੂਗੀ ਜੀ ਇਕੱਲੇ ਰਹਿੰਦੇ, ਸਾਡੇ ਨਾਲ ਵਿਆਹ ਕਰੋ। ਉਹ ਤਾਂ ਰਸ ਦੇ ਵਿੱਚ ਇੰਨਾ ਭਰਪੂਰ ਹੈ, ਉਹਨੂੰ ਆਪਣੀ ਦੇਹ ਦੀ ਵੀ ਲੋੜ ਨਹੀਂ ਪਾਸਦੀ, ਤੁਹਾਡੇ ਸਾਥ ਦਾ ਉਹ ਕੀ ਕਰੇਗਾ। ਨਾਮ ਰਸ ਦੇ ਵਿੱਚ ਬੰਦੇ ਦੀ ਐਸੀ ਦਸ਼ਾ ਹੁੰਦੀ ਹੈ। ਹੁਣ ਜਦੋਂ ਜਿਹੜੇ ਲੋਕ ਜੰਗਲਾਂ ਦੇ ਵਿੱਚ ਜਾਂ ਕੁਦਰਤੀ ਇਕੱਲੇ ਹੋ ਕੇ ਭਗਤੀ ਕਰਦੇ ਰਹੇ, ਉਹਨਾਂ ਨੂੰ ਕਿਉਂ ਦੁਨੀਆਦਾਰੀ ਦੀ ਲੋੜ ਨਹੀਂ ਮਹਿਸੂਸ ਹੋਈ ਕਿ ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਹਸਤੀ ਦਾ ਇੰਨਾ ਪ੍ਰਕਾਸ਼ ਹੋਇਆ ਕਿ ਉਹਨਾਂ ਨੂੰ ਆਪਣਾ ਆਪ ਇੰਨਾ ਸੰਪੂਰਨ ਲੱਗਿਆ, ਦੂਜੇ ਦੀ ਲੋੜ ਹੀ ਨਹੀਂ ਭਾਸੀ। ਇਸ ਕਰਕੇ ਭੱਟ ਕਲ ਜੀ ਆਖਦੇ ਹਨ, ਹੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਤੁਹਾਡੀ ਸੋਭਤ ਦੇ ਵਿੱਚ ਨਾਮ ਰਸ ਹੀ ਨਹਾਉਣਾ ਹੈ। ਨਾਮ ਰਸ ਦਾ ਨਹਾਉਣ ਦਾ ਭਾਵ ਇਹ ਹੈ ਕਿ ਜਿਵੇਂ ਅੰਮ੍ਰਿਤ ਵੇਲੇ ਆਪ ਜੀ ਦਰਬਾਰ ਵਿੱਚ ਸਿਫਤ ਸਲਾਹ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਜਿਨ੍ਹੇ ਉਹਦੇ ਵਿੱਚ ਜੁੜ ਕੇ ਨਾਮ ਰਸ ਮਾਣ ਲਿਆ, ਸਮਝ ਲਓ ਉਹਦਾ ਇਸ਼ਨਾਨ ਹੋ ਗਿਆ। ਦੂਸਰਾ ਕਹਿੰਦੇ ਨਾਮ ਰਸ ਖਾਣ, ਜਿਹੜਾ ਖਾਣਾ ਹੈ ਉਹ ਵੀ ਨਾਮ ਰਸ ਹੋ ਜਾਂਦਾ ਹੈ। ਨਾਮ ਰਸ ਹੋਣ ਦਾ ਭਾਵ ਇਹ ਹੈ ਕਿ ਜਿਹੜਾ ਉਂਝ ਅਸੀਂ ਰੋਜ਼ਾਨਾ ਭੋਜਨ ਤ੍ਰਿਪਤ ਕਰਦੇ ਹਾਂ, ਉਹ ਫਿਰ ਦੁਬਾਰਾ ਭੁੱਖ ਪੈਦਾ ਕਰਦਾ ਹੈ। ਪਰ ਕਹਿੰਦੇ ਜਿਨ੍ਹਾਂ ਨੇ ਤੁਹਾਡੀ ਸਿਫਤ ਸਲਾਹ ਰੂਪ ਭੋਜਨ ਕਰ ਲਿਆ ਹੈ ਗੁਰੂ ਸਾਹਿਬ ਜੀ, ਫਿਰ ਉਹ ਸਦਾ ਹੀ ਤ੍ਰਿਪਤ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਦਾ ਖਾਣਾ ਵੀ ਨਾਮ ਰਸ ਹੈ। ਅਰ ਭੋਜਨ ਨਾਮ, ਭੋਜਨ ਵੀ ਨਾਮ ਹੈ। ਸਦਾ ਚਾਏ ਮੁਖ ਮਿਸ਼ਟ ਬਾਣੀ। ਅਤੇ ਕਹਿੰਦੇ ਇਸ ਨਾਮ ਰਸ ਦਾ ਸਾਰਾ ਅਨੁਭਵ ਆਉਂਦਾ ਕਾਹਦੇ ਨਾਲ ਹੈ? ਸਦਾ ਚਾਅ ਜਿਨ੍ਹਾਂ ਦੇ ਮਨ ਅੰਦਰ ਬਣੇ, ਅਤੇ ਜਿਹੜੀ ਤੁਹਾਡੇ ਮੁਖ ਤੋਂ ਮਿਸ਼ਟ ਭਾਵ ਕਿ ਮਿੱਠੀ ਬਾਣੀ ਦਾ ਉਚਾਰਨ ਹੁੰਦਾ ਹੈ, ਜਦੋਂ ਉਹਨੂੰ ਗੁਰਸਿੱਖ ਪੀਂਦੇ ਹਨ, ਗੁਰਸਿੱਖ ਗ੍ਰਹਿਣ ਕਰਦੇ ਹਨ, ਉਹਦਾ ਸਾਰੇ ਤਰ੍ਹਾਂ ਦਾ ਜੀਵਨ ਤ੍ਰਿਪਤ ਹੁੰਦਾ ਹੈ। ਹੁਣ ਇਹ ਅਧਿਆਤਮਿਕ ਅਨੁਭਵ ਹੈ। ਆਮ ਤੌਰ 'ਤੇ ਬੰਦਾ ਪਤਾ ਕੀ ਕਹੇਗਾ ਕਿ ਸਰੀਰ ਦੀ ਸਾਰੀਆਂ ਕਿਰਿਆਵਾਂ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਲਈ ਭੋਜਨ ਪਾਣੀ ਦੀ ਲੋੜ ਹੈ, ਮਨ ਨੂੰ ਥਿਰ ਕਰਨ ਦੇ ਲਈ ਮਨੋਰੰਜਨ ਦੇ ਸੰਸਾਰ ਦੀ ਲੋੜ ਹੈ। ਆਮ ਤੌਰ 'ਤੇ ਸਾਡੀ ਇਹ ਤੁਕ ਬਣੀ ਹੋਈ ਹੈ। ਪਰ ਭੱਟ ਕਲ ਜੀ ਆਖਦੇ ਹਨ ਕਿ ਜਿਹੜੇ ਗੁਰੂ ਅਮਰਦਾਸ ਰੂਪ ਦੇ ਚਰਨਾਂ ਨੂੰ ਜਿਨ੍ਹਾਂ ਨੇ ਪਰਸਿਆ ਹੈ, ਉਹ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਮ ਸਰੂਪ ਧਿਆਨ ਨਾਲ ਜੁੜਦੇ ਹਨ, ਅਤੇ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਨੂੰ ਐਸੀ ਨਾਮ ਦੀ ਬਖਸ਼ਿਸ਼ ਕਰਦੇ ਹਨ ਕਿ ਦੇਹ ਦਾ, ਮਨ ਦਾ, ਸਾਰਾ ਜੀਵਨ ਉਹਨਾਂ ਦਾ ਇੰਨਾ ਸ਼ੁੱਧ, ਪਵਿੱਤਰ ਅਤੇ ਥਿਰ ਹੋ ਜਾਂਦਾ ਹੈ ਕਿ ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਭੁੱਖ ਨਹੀਂ ਬਚਦੀ। ਆਨੰਦ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਆਉਂਦਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਉੱਥੇ ਖਤਮ ਨਹੀਂ ਜ਼ਿਕਰ ਕੀਤਾ, ਉੱਥੇ ਕਿਹਾ ਗਵਾਈਆਂ। ਗਵਾਈਆਂ ਦਾ ਭਾਵ ਕੀ ਹੈ ਕਿ ਸਾਡੇ ਅੰਦਰ ਜਿਹੜੀ ਜਠਰ ਰਗਨ ਹੈ, ਉਹਦੇ ਕਰਕੇ ਭੁੱਖ ਦੁਬਾਰਾ ਪੈਦਾ ਹੁੰਦੀ ਹੈ। ਅਤੇ ਜਿਹੜਾ ਬੰਦਾ ਨਾਮ ਦੇ ਅਭਿਆਸ ਵਿੱਚ ਬਹੁਤ ਗਹਿਰਾ ਚਲਿਆ ਜਾਂਦਾ ਹੈ, ਉਹਦੀ ਜਠਰ ਰਗਨ ਸੀਤਲ ਹੋ ਜਾਂਦੀ ਹੈ। ਜਿਵੇਂ ਕੁਦਰਤੀ ਸਿਆਲ ਦੇ ਵਿੱਚ ਜਿਹੜੀ ਅਗਨ ਹੈ ਉਹ ਸਾਨੂੰ ਨਿੱਘ ਦਿੰਦੀ ਹੈ, ਉਹ ਸਾਡੇ ਲਈ ਸੀਤਲਤਾ ਦਾ ਕੰਮ ਕਰ ਰਹੀ ਹੈ। ਇਸ ਕਰਕੇ ਭੱਟ ਕਲ ਜੀ ਆਖਦੇ ਹਨ, ਸਦਾ ਚਾਏ ਮੁਖ ਮਿਸ਼ਟ ਬਾਣੀ, ਤਨ ਸਤਿਗੁਰ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ। ਭੱਟ ਕਲ ਜੀ ਆਖਦੇ ਹਨ, ਹੇ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਬੜੇ ਧੰਨ ਹੋ
ਜਿਨ੍ਹਾਂ ਨੇ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪਰਸ ਕੇ ਉਹਨਾਂ ਦੀ ਮੁਬਾਰਕ ਸੇਵਾ ਕਰਕੇ ਅਗੰਮ ਗਤ ਨੂੰ ਜਾਣਿਆ ਹੈ। ਕੁੱਲ ਸੰਭੂ ਸਮੁੰਦਰੇ ਪਾਇਓ ਨਾਮ ਨਿਵਾਸ। ਅਤੇ ਕਹਿੰਦੇ ਸਾਰੀ ਲੋਕਾਈ ਦਾ ਕਲਿਆਣ ਆਪ ਜੀ ਦੀ ਕਿਰਪਾ ਸਰੂਪ ਦੇ ਨਾਲ ਹੋਇਆ, ਜਿਨ੍ਹਾਂ ਨੇ ਨਾਮ ਨਿਵਾਸ ਭਾਵ ਕੇ ਅਕਾਲ ਪੁਰਖ ਦੇ ਮਾਰਗ ਦਾ ਭੇਦ ਜਾਣਿਆ ਹੈ। ਸਕਯਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ। ਅਤੇ ਭੱਟ ਕਲ ਜੀ ਉਚਾਰਨ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਰੂਪ ਨੂੰ ਪਰਸਿਆ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਮੁਬਾਰਕ ਚਰਨਾਂ ਨੂੰ ਪਰਸਿਆ ਹੈ, ਉਹਨਾਂ ਦਾ ਜਨਮ ਸਫਲ ਹੈ। ਬਾਰਿਜ ਕਰ ਦਾਹਿਣੈ ਸਿੱਧ ਸਨ ਮੁਖ ਮੁਖ ਜੋਵੈ। ਬਾਰਿਜ ਦਾ ਭਾਵ ਹੁੰਦਾ ਕਮਲ, ਕਰ ਦਾ ਭਾਵ ਹੁੰਦਾ ਹੱਥ, ਦਾਹਿਣਿਆਂ ਦਾ ਭਾਵ ਹੁੰਦਾ ਸੱਜਾ। ਭੱਟ ਕਲ ਜੀ ਆਖਦੇ ਹਨ ਬਾਰਿਜ ਕਰ ਦਾਹਿਣੈ ਕਿ ਹੇ ਗੁਰੂ ਅਮਰਦਾਸ ਸਾਹਿਬ ਜੀ, ਤੁਹਾਡੇ ਹੱਥ ਦੇ ਵਿੱਚ ਕਮਲ ਦਾ ਚਿੰਨ੍ਹ ਹੈ। ਸਿੱਧ ਸਨਮੁਖ ਮੁਖ ਜੋਵੈ, ਅਤੇ ਜਿਹੜੀਆਂ ਸੰਸਾਰ ਦੇ ਵਿੱਚ 18 ਸਿੱਧੀਆਂ ਮੰਨੀਆਂ ਜਾਂਦੀਆਂ ਹਨ ਉਹ ਤੁਹਾਡੇ ਸਾਹਮਣੇ ਸਦਾ ਹੱਥ ਜੋੜ ਕੇ ਖੜੀਆਂ ਹਨ। ਰਿੱਧ ਬਸੈ ਬਾ ਵਾਂਗ, ਅਤੇ ਜਿਹੜੀਆਂ 9 ਰਿੱਧੀਆਂ ਹਨ ਉਹ ਤੁਹਾਡੇ ਖੱਬੇ ਹੱਥ ਦੇ ਵਿੱਚ ਵਸਦੀਆਂ ਹਨ। ਜੋ ਤੀਨ ਲੋਕਾਂਤਰ ਮੋਹ ਹੈ, ਜਿਹੜੀਆਂ ਤਿੰਨਾਂ ਲੋਕਾਂ ਨੂੰ ਮੋਹਣ ਵਾਲੀਆਂ ਹਨ। ਅੱਗੇ ਜ਼ਿਕਰ ਕਰਦੇ ਹਨ ਹਿਰਦੈ ਬਸੈ ਅਕਹੀਓ ਸੋਏ ਰਸ ਚਿੰਨਹੀ ਜਾਤੋ, ਕਿ ਤੁਹਾਡੇ ਹਿਰਦੇ ਦੇ ਅੰਦਰ ਅਕਹੀਓ, ਜਿਹੜਾ ਕਹਿਆ ਨਾ ਜਾ ਸਕਦਾ ਹੋਵੇ, ਉਹ ਰਸ ਵਾਸ ਕਰਦਾ ਹੈ। ਤਿੰਨ ਹੀ ਜਾਤੋ, ਜਿਨ੍ਹਾਂ ਨੇ ਤੁਹਾਨੂੰ ਸੇਵਿਆ ਉਹੀ ਜਾਣਦੇ ਹਨ। ਹੁਣ ਬਾਰਿਜ ਕਰ ਗੁਰੂ ਸਾਹਿਬ ਜੀ ਦੇ ਹੱਥ ਦੇ ਵਿੱਚ ਕਮਲ ਹੋਣ ਦਾ ਭਾਵ, ਕਮਲ ਚਿੰਨ੍ਹ ਹੋਣ ਦਾ ਭਾਵ ਕੀ ਹੈ? ਅਜੇ ਤੱਕ ਅਸੀਂ ਇਹਨਾਂ ਚੀਜ਼ਾਂ ਦੇ ਬੜੇ ਗਹਿਰੇ ਅਰਥ ਨਹੀਂ ਸਮਝੇ। ਉਹਨਾਂ ਨੇ ਕਿਹਾ ਸੀ ਨਾ, ਜਦੋਂ ਉਸ ਇੱਕ ਜਗਿਆਸੂ ਨੇ ਉਹਨਾਂ ਦਾ ਜੀਵਨ ਦੇਖਿਆ ਕਿ ਤੁਹਾਡੇ ਜੀ ਚਰਨ ਕਮਲ ਦੇ ਵਿੱਚ ਪਦਮ ਹੈ, ਉਹਦਾ ਭਾਵ ਇਹ ਸੀ ਜਿਹੜਾ ਇਤਿਹਾਸ 'ਚ ਅਜੇ ਤੱਕ ਰਿਵੀਲ ਨਹੀਂ ਹੋਇਆ। ਉਹਦਾ ਭਾਵ ਇਹ ਸੀ ਕਿ ਗੁਰੂ ਅਮਰਦਾਸ ਭਗਤੀ ਦਾ, ਉਹਨਾਂ ਨੇ ਕਿਹਾ ਸੀ ਨਾ ਪਦਮ ਦਾ ਆਮ ਚਿੰਨ੍ਹ ਹੁੰਦਾ, ਜਾਂ ਤਾਂ ਛਤਰਪਤੀ ਰਾਜਾ ਹੋਏਗਾ ਜਾਂ ਕੁਝ ਹੋਰ ਹੋਏਗਾ। ਪਰ ਭੱਟ ਕਲ ਦੀ ਆਖਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ, ਜਿਹੜਾ ਤੁਹਾਡੇ ਹੱਥ ਵਿੱਚ ਕਮਲ ਹੈ, ਇਹਨੇ ਉਸ ਰਾਜ ਨੂੰ, ਉਸ ਪਸਾਰ ਨੂੰ, ਉਸ ਤਰ੍ਹਾਂ ਦੇ ਸਿਲਸਿਲੇ ਨੂੰ ਕਾਇਮ ਕਰਨਾ ਹੈ ਜਿਹਦੇ ਵਿੱਚ ਸਾਰੀ ਮਨੁੱਖਤਾ ਦੇਵਤਾ ਬਣ ਜਾਏਗੀ। ਐਸੇ ਗੁਣਾਂ ਦਾ ਛੱਤਰ ਜਿਹੜਾ ਹੈ ਆਪ ਜੀ ਨੇ ਲੋਕਾਈ ਦੇ ਉੱਪਰ ਚਲਾਉਣਾ ਹੈ। ਇਸ ਕਰਕੇ ਇਹ ਨਿਸ਼ਾਨ ਤੁਹਾਡੇ ਨਾਲ ਆ ਕੇ ਪ੍ਰਗਟ ਹੋਇਆ ਹੈ। ਸਾਰੀ ਦੁਨੀਆ ਦੇ ਵਿੱਚ ਜਿੰਨੇ ਪੈਗੰਬਰਾਂ ਦਾ ਜੀਵਨ ਪੜ੍ਹੀਏ, ਉਹਨਾਂ ਦੇ ਆਉਣ ਤੋਂ ਪਹਿਲਾਂ ਅਤੇ ਉਹਨਾਂ ਦੇ ਆਉਣ ਦੇ ਸਮੇਂ ਇਸ ਤਰ੍ਹਾਂ ਦੇ ਬੜੇ ਚਿੰਨ੍ਹਾਂ ਦੀ ਵਿਚਾਰ ਕਰਕੇ ਉਹਨਾਂ ਦੇ ਵੱਖੋ ਵੱਖ ਧਰਮਾਂ ਦੇ ਮੰਨਣ ਵਾਲੇ ਜਿਹੜੇ ਲੋਕ ਹਨ ਉਹਦੀ ਬੜੀ ਵੱਡੀ ਸਿਫਤ ਕਰਦੇ ਹਨ। ਜਿਵੇਂ ਮਹਾਤਮਾ ਬੁੱਧ ਦਾ ਜਨਮ ਹੋਣਾ ਸੀ, ਉਹਦੀ ਮਾਂ ਮਹਾਮਾਇਆ ਨੂੰ 14 ਸੁਪਨੇ ਆਏ ਅਤੇ ਪਤਾ ਲੱਗਿਆ ਕਿ ਜਿਹੜਾ ਵੱਡਾ ਕੋਈ ਅਵਤਾਰੀ ਪੁਰਸ਼ ਮੇਰੇ ਘਰ ਪੈਦਾ ਹੋਣਾ। ਜਦੋਂ ਸਿੱਖ ਗੁਰੂ ਸਾਹਿਬਾਨਾਂ ਦੇ ਜੀਵਨ 'ਚ ਪਦਮ ਰੇਖਾ ਦੀ ਗੱਲ ਕੀਤੀ ਜਾਂਦੀ ਹੈ, ਕਹਿੰਦੇ ਜੀ ਇਹ ਬ੍ਰਾਹਮਣਵਾਦ ਦਾ ਪ੍ਰਭਾਵ ਹੈ। ਕਿੰਨੀ ਛੋਟੀ ਮੱਤ ਵਾਲੇ ਬੰਦੇ ਕਦੇ ਗੁਰੂ ਦੀ ਰਮਜ ਦਾ ਭੇਦ ਨਹੀਂ ਜਾਣ ਸਕਣਗੇ। ਭੱਟ ਕਲ ਜੀ ਆਖਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ, ਜੋ ਤੁਹਾਡੇ ਹੱਥ ਦਾ ਪਦਮ ਚਿੰਨ੍ਹ ਹੈ, ਕਮਲ ਬਣਿਆ ਹੋਇਆ ਹੈ, ਉਹ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਅਮਰਦਾਸ ਸਾਹਿਬ ਜੀ ਭਗਤੀ ਦੇ ਏਡੇ ਵੱਡੇ ਵਿਸਥਾਰ ਕਰਨ ਵਾਲੇ ਹੋਣਗੇ ਕਿ ਸਾਰੀ ਕਾਇਨਾਤ ਉਹਨਾਂ ਦੇ ਚਰਨ ਪਰਸ ਕਰਕੇ ਸਾਰੀ ਦੇਵਤਾ ਰੂਪ ਦੇ ਵਿੱਚ ਹੀ ਢਲ ਜਾਵੇਗੀ। ਇਸ ਕਰਕੇ ਆਖਦੇ ਹਨ ਰਿੱਧ ਬਸੈ ਬਾ ਵਾਂਗ। ਹੁਣ ਜਿਵੇਂ ਆਮ ਕਰਕੇ 9 ਸਿੱਧੀਆਂ ਮੰਨੀਆਂ ਜਾਂਦੀਆਂ ਹਨ, 9 ਰਿੱਧੀਆਂ, ਤਾਂ ਭੱਟ ਕਲ ਜੀ ਆਖਦੇ ਹਨ 9 ਰਿੱਧੀਆਂ ਦਾ ਭਾਵ ਹੈ ਜਿਹੜੇ ਧਰਮ ਦੀ ਸਾਧਨਾ ਦੇ 9 ਮਾਰਗ ਮੰਨੇ ਜਾਂਦੇ ਹਨ। ਸ਼ਰਵਣ, ਸ਼ਰਧਾ, ਕੀਰਤਨ, ਭਗਤੀ, ਤਪੱਸਿਆ, ਤਿਆਗ, ਪਰਉਪਕਾਰ। ਕਹਿੰਦੇ ਇਹ 9 ਰਿੱਧੀਆਂ ਤੁਹਾਡੇ ਆਲੇ ਦੁਆਲੇ ਵਸਦੀਆਂ ਹਨ। ਜਿਹੜਾ ਤੁਹਾਡੇ ਚਰਨਾਂ ਨੂੰ ਇੱਕ ਵਾਰੀ ਪਰਸ ਲੈਂਦਾ ਹੈ, ਉਹਨੂੰ ਸ਼ਰਵਣ, ਕੀਰਤਨ, ਭਗਤੀ, ਤਿਆਗ, ਪਰਉਪਕਾਰ, ਇਹ ਸਾਰੀਆਂ ਨਿਧੀਆਂ ਆਪਣੇ ਆਪ ਮਿਲ ਜਾਂਦੀਆਂ ਹਨ। ਰਿਧੈ ਬਸੈ ਅਕਹੀਓ, ਅਤੇ ਜਿਹਦੇ ਹਿਰਦੇ ਅੰਦਰ ਇੱਕ ਵਾਰੀ ਨਾਮ ਦਾ ਪ੍ਰਕਾਸ਼ ਹੋ ਜਾਏ, ਉਹੀ ਇਸ ਰਸ ਬਾਰੇ ਜਾਣਦਾ ਹੈ। ਮੁੱਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ, ਕਿ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਐਸੇ ਪਰਮ ਰੰਗ ਦੇ ਵਿੱਚ ਰਤੇ ਹੋਏ ਕਿ ਸਾਰੇ ਭਗਤ ਜਨ ਆਪ ਜੀ ਦੀ ਸਿਫਤ ਉਚਾਰਨ ਕਰਦੇ ਹਨ। ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ। ਹੁਣ ਕਈ ਕੁਦਰਤੀ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਕੋਸਮੋਲੋਜੀ ਨਹੀਂ ਪੜ੍ਹੀ, ਉਹਨਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਲੱਗੇਗਾ।
ਕੋਸਮੋਲੋਜੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਵਿਚਾਰ ਕੀਤੀ ਜਾਂਦੀ। ਜਿਵੇਂ ਕਹਿੰਦੇ ਨਾ ਜੀ, ਉਹਦੇ ਬੰਦੇ ਦੇ, ਜਿਵੇਂ ਭੱਟ ਸਾਹਿਬਾਨਾਂ ਨੇ ਕਿਹਾ, ਮਸਤਕ ਨਿਸ਼ਾਨ ਸੱਚੋ ਕਰਮ। ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਸੱਚੇ ਕਰਮਾਂ ਦਾ ਸੁਭਾਅ ਸਿਖਾਉਣਾ ਗੁਰੂ ਅਮਰਦਾਸ ਸਾਹਿਬ ਜੀ ਦੇ ਮਸਤਕ ਦੇ ਉੱਪਰ ਨਿਸ਼ਾਨ ਹੈ। ਨਿਸ਼ਾਨ ਦਾ ਭਾਵ ਆਮ ਕਰਕੇ ਕਿਹਾ ਜਾਂਦਾ ਜੀ ਦਸਤਖਤ ਹੁੰਦੇ ਨੇ। ਹੁਣ ਕੁਦਰਤੀ ਇਹ ਬੰਦੇ ਦਾ ਮੱਥਾ ਤਾਂ ਸਰਪਟ ਹੈ, ਸਿੱਧਾ ਹੈ, ਉਹਦੇ ਤਾਂ ਲਿਖਿਆ ਤਾਂ ਕੁਝ ਨਜ਼ਰ ਨਹੀਂ ਆਉਂਦਾ। ਜਿਹੜੇ ਬੰਦੇ ਦਿਵ ਦ੍ਰਿਸ਼ਟੀ ਵਾਲੇ ਹੁੰਦੇ ਨੇ, ਦਿਵ ਦ੍ਰਿਸ਼ਟੀ ਦਾ ਭਾਵ ਜਿਹੜੇ ਇਸ ਦੇਹ ਦੇ ਅੰਦਰਲੇ ਜੀਵਨ ਨੂੰ ਤਾਂ ਉਸ ਤੋਂ ਪਾਰਲੇ ਜੀਵਨ ਨੂੰ ਬੁੱਝਣ ਦੇ ਯੋਗ ਹੁੰਦੇ ਹਨ, ਉਹ ਜਾਣ ਲੈਂਦੇ ਹਨ ਕਿ ਇਹਦੇ ਮਸਤਕ ਦੇ ਉੱਪਰ ਕਿਹੜੀ ਕਾਰ ਲਿਖੀ ਹੋਈ ਹੈ। ਇਸ ਕਰਕੇ ਭੱਟ ਕਲ ਜੀ ਜਿਨ੍ਹਾਂ ਦੀ ਉੱਚੀ ਸੁਰਤ ਗਈ ਹੈ, ਉਹ ਉੱਚੀ ਸੁਰਤ ਦੇ ਵਿੱਚੋਂ ਦੱਸਦੇ ਹਨ ਕਿ ਗੁਰੂ ਅਮਰਦਾਸ ਸਾਹਿਬ ਜੀ ਨੇ ਜਗਤ ਵਿੱਚ ਭਗਤੀ ਦਾ ਵਿਥਾਰ ਕਰਨਾ ਸੀ, ਅਤੇ ਇਹ ਜਿਹੜਾ ਨਿਸ਼ਾਨ ਸੀ ਕਹਿੰਦੇ ਉਹਨਾਂ ਦੇ ਮਸਤਕ 'ਤੇ ਪਹਿਲਾਂ ਹੀ ਬਣਿਆ ਹੋਇਆ ਸੀ। ਉਹ ਜਦੋਂ ਪੂਰਾ ਹੋ ਕੇ ਨਿਸ਼ਾਨ ਪ੍ਰਗਟ ਹੋਣਾ ਸੀ ਅਤੇ ਉਹ ਨਿਸ਼ਾਨ ਗੁਰਿਆਈ 'ਤੇ ਬੈਠ ਕੇ ਹੀ ਪ੍ਰਗਟ ਹੋਣਾ ਸੀ। ਇਸ ਕਰਕੇ ਕੱਲ੍ਹ ਜੋੜ ਕਰ ਧਿਆਇਓ, ਅਤੇ ਭੱਟ ਕਲ ਜੀ ਆਖਦੇ ਨੇ ਐਸੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੈਂ ਦੋਨੋਂ ਹੱਥ ਜੋੜ ਕੇ ਧਿਆਉਂਦਾ ਹਾਂ। ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ। ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਨੂੰ ਗੁਰੂ ਰੂਪ ਹੋ ਕੇ ਗੁਰਿਆਈ ਦਾ ਤਿਲਕ ਮਿਲਿਆ, ਜਿਹੜੇ ਉਹਨਾਂ ਨੂੰ ਸੇਵਦੇ ਹਨ, ਸਰਬ ਇੱਛਾ ਦੇ ਸਹਿਤ, ਸਰਬ ਕਾਮਨਾਵਾਂ ਦੇ ਸਹਿਤ ਸਰਬ ਫਲਾਂ ਵਾਲੇ ਹੋ ਜਾਂਦੇ ਹਨ। ਚਰਨ ਤਾਂ ਪਰ ਸਕਿਆਥ ਚਰਨ ਗੁਰ ਅਮਰ ਪਵਲ ਰਹੇ। ਹੁਣ ਇਸ ਤੋਂ ਅੱਗੇ ਭੱਟ ਜਾਲਪ ਜੀ ਜਿਹੜੇ 9 ਸਵਈਏ ਹਨ ਗੁਰੂ ਅਮਰਦਾਸ ਸਾਹਿਬ ਜੀ ਦੇ ਸੰਬੰਧ ਵਿੱਚ, ਉਹ ਭੱਟ ਕਲ ਜੀ ਦੇ ਉਚਾਰਨ ਕੀਤੇ ਹੋਏ ਹਨ। ਹੁਣ ਉਸ ਤੋਂ ਅਗਲੇ ਸਵਈਆਂ ਦੇ ਵਿੱਚ ਭੱਟ ਜਾਲਪ ਜੀ ਗੁਰੂ ਅਮਰਦਾਸ ਸਾਹਿਬ ਦੀ ਸਿਫਤ ਕਰਦੇ ਹਨ ਕਿ ਚਰਨ ਤਾਂ ਪਰ ਸਕਿਆਥ। ਚਰਨ ਭਾਵ ਕਦਮ ਚੱਲਣੇ ਉਹੀ ਮੁਬਾਰਕ ਹਨ ਜਿਹੜੇ ਚਰਨ ਗੁਰੂ ਅਮਰ ਵੱਲ ਜੁੜਦੇ ਹਨ। ਜਿਵੇਂ ਇੱਕ ਆਪ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਕੋਹੜੀ ਦਾ ਜ਼ਿਕਰ ਸੁਣਿਆ। ਉਹ ਵਿਚਾਰਾ ਕਿਸਦਾ ਰਿੜਦਾ ਇੱਕ ਵਾਰੀ ਗੁਰੂ ਦਰਬਾਰ 'ਤੇ ਪਹੁੰਚ ਗਿਆ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਐਸੀ ਨਜ਼ਰ ਹੋਈ ਕਿ ਫਿਰ ਉਹਦਾ ਜੀਵਨ ਬਿਲਕੁਲ ਅਰੋਗ ਹੋ ਗਿਆ। ਇਕੱਲਾ ਅਰੋਗ ਨਹੀਂ ਹੋਇਆ, ਫਿਰ ਗੁਰੂ ਸਾਹਿਬ ਜੀ ਨੇ ਅਗਲਾ ਉਹਦਾ ਜੀਵਨ ਗ੍ਰਸਤ ਵਜੋਂ ਸੰਪੂਰਨ ਵੀ ਕਰ ਦਿੱਤਾ। ਫਿਰ ਉਹਨੂੰ ਮੰਜੀਦਾਰ ਵੀ ਥਾਪਿਆ ਗੁਰੂ ਸਾਹਿਬ ਜੀ ਨੇ। ਇਸ ਕਰਕੇ ਭੱਟ ਕਲ ਜੀ ਭੱਟ ਜਾਲਪ ਜੀ ਉਚਾਰਨ ਕਰਦੇ ਹਨ ਚਰਨ ਤਾਂ ਪਰ ਸਕਿਆਥ, ਕਿ ਜਿਹੜੇ ਚਰਨ ਗੁਰੂ ਅਮਰਦਾਸ ਸਾਹਿਬ ਜੀ ਤਰਫ ਚੱਲਦੇ ਹਨ, ਗੁਰੂ ਅਮਰਦਾਸ ਸਾਹਿਬ ਦੀ ਤਰਫ ਜਿਹੜੇ ਕਦਮਾਂ ਦਾ ਮਾਰਗ ਹੈ, ਕਹਿੰਦੇ ਉਹ ਚਰਨ ਮੁਬਾਰਕ ਹਨ। ਹੱਥ ਤਾਂ ਪਰ ਸਕਿਆਥ ਹੱਥ ਲੱਗਹੇ ਗੁਰ ਅਮਰ ਪਏ, ਅਤੇ ਉਹੀ ਹੱਥ ਮੁਬਾਰਕ ਹਨ ਜਿਹੜੇ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਲੱਗਦੇ ਹਨ। ਜਦੋਂ ਬਾਉਲੀ ਦਾ ਕੜ ਤੋੜਨਾ ਸੀ ਤਾਂ ਪਤਾ ਸੀ ਕਿ ਜਦੋਂ ਕੜ ਟੁੱਟੇਗਾ ਕਿਸੇ ਨਾ ਕਿਸੇ ਦੇ ਪ੍ਰਾਣ ਖਤਮ ਹੋ ਸਕਦੇ ਨੇ, ਪਰ ਗੁਰੂ ਸਾਹਿਬ ਜੀ ਦਾ ਭਤੀਜਾ ਮਾਣਕ ਚੰਦ ਜਿਹੜਾ ਸੀ, ਉਹਨੇ ਜਿਹੜਾ ਪ੍ਰਣ ਧਾਰਨ ਕਰ ਲਿਆ। ਅਤੇ ਉਹਨੂੰ ਗੁਰੂ ਸਾਹਿਬ, ਬਾਕੀਆਂ ਨੇ ਕਿਹਾ ਕਿ ਕੜ ਤੋੜਨ ਦਾ ਬੜੇ ਬੰਦਿਆਂ ਦੇ ਅੱਗੇ ਮੌਤ ਹੋ ਚੁੱਕੀ ਹੈ, ਪਰ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਕਿ ਤੂੰ ਕੜ ਤੋੜਨਾ ਹੈ, ਮਾਲਕ ਤੇਰਾ ਕੜ ਤੋੜ ਦੇਵੇਗਾ। ਤੇਰਾ ਕੜ ਤੋੜਨ ਦਾ ਮਤਲਬ ਕਿ ਤੇਰੇ ਜੰਮਣ ਮਰਨ ਦਾ ਸੰਕਟ ਨਾਸ਼ ਕਰ ਦੇਗਾ, ਤੂੰ ਮ੍ਰਿਤੂ ਤੋਂ ਪਾਰ ਹੋ ਜਾਏਗਾ। ਇਸ ਕਰਕੇ ਭੱਟ ਕਲ ਜੀ ਆਖਦੇ ਨੇ ਉਹੀ ਹੱਥ ਪਵਿੱਤਰ ਹਨ, ਸਫਲ ਹਨ ਜਿਹੜੇ ਗੁਰੂ ਅਮਰਦਾਸ ਦੀ ਸੇਵਾ ਵਿੱਚ ਲੱਗਦੇ ਹਨ। ਜੀਹ ਤਾਂ ਪਰ ਸਕਿਆਥ ਜੀਹ ਗੁਰ ਅਮਰ ਭਣੀਜੈ, ਅਤੇ ਉਹੀ ਜ਼ੁਬਾਨ ਪਵਿੱਤਰ ਹੈ ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਵਿੱਚ ਜੁੜਦੀ ਹੈ। ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ, ਉਹੀ ਨੇਤਰ ਸੁਹਾਵਣੇ ਹਨ, ਸ਼ੋਭਨੀਕ ਹਨ, ਪਵਿੱਤਰ ਹਨ, ਸਫਲ ਹਨ, ਜਿਹੜੇ ਕਹਿੰਦੇ ਆਖਦੇ ਹਨ ਗੁਰ ਅਮਰ ਪਖੀਜੈ, ਜਿਹੜੇ ਗੁਰੂ ਅਮਰਦਾਸ ਸਾਹਿਬ ਨੂੰ ਜਿਨ੍ਹਾਂ ਗੁਰੂ ਅਮਰਦਾਸ ਦਾ ਜੀਵਨ ਸੁਣਿਆ ਹੋਏਗਾ ਨਾ, ਉਹਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਇੱਕ ਕਾਬਲ ਤੋਂ ਸਿੱਖ ਇਸਤਰੀ ਆ ਕੇ ਰੋਜ਼ਾਨਾ ਗੁਰੂ ਸਾਹਿਬ ਜੀ ਦੀ ਸੇਵਾ ਕਰਦੀ ਸੀ। ਸਵੇਰ ਵੇਲੇ ਉਹ ਹਾਜ਼ਰ ਹੋਣੀ, ਦੁਪਹਿਰ ਸ਼ਾਮ ਵੇਲੇ ਤੱਕ ਫਿਰ ਨਜ਼ਰ ਨਾ ਆਉਣੀ। ਫਿਰ ਇਸ ਤਰ੍ਹਾਂ ਜਦੋਂ ਸਿੱਖਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਕੋਲੋਂ ਉਹਦੀ ਸਾਰੀ ਰਮਜ ਪੁੱਛੀ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਇੱਕ ਬੜੇ ਪ੍ਰਤੀਵਰਤਾ ਗੁਰਸਿੱਖ ਦੀ ਜਿਹੜੀ ਇਸਤਰੀ ਹੈ, ਅਤੇ ਇਹ ਕਾਬਲ ਤੋਂ ਰੋਜ਼ਾਨਾ ਆਪਣਾ ਦਿਵ ਸਰੂਪ ਧਾਰਨ ਕਰਕੇ ਇੱਥੇ ਸੇਵਾ ਕਰਨ ਆਉਂਦੀ। ਇਸ ਕਰਕੇ ਭੱਟ ਕਲ ਜੀ ਉਚਾਰਨ ਕਰਦੇ ਹਨ ਨੈਣ ਤਾਂ ਪਰ ਸਕਿਆਥ, ਕਿ ਐਸੇ ਨੈਣ ਐਸੇ ਨੇਤਰ ਜਿਨ੍ਹਾਂ ਦੇ ਅੰਦਰ ਗੁਰੂ ਦਰਸ਼ਨਾਂ ਦੀ, ਗੁਰੂ ਸੇਵਾ ਦੀ ਇੰਨੀ ਚਾਹਤ ਹੈ ਕਿ ਉਹ ਇਤਨੀ ਦੂਰੀ ਦਾ ਮਾਰਗ ਆਪਣੀ ਭਗਤੀ ਦੇ ਤੇਜ ਨਾਲ ਇਤਨੀ ਜਲਦੀ ਜਿਹੜਾ ਤੈਅ ਕਰ ਲੈਂਦੇ ਹਨ। ਕਹਿੰਦੇ ਉਹੀ ਨੇਤਰ ਪਵਿੱਤਰ ਹਨ
ਨੈਣ ਤਾਂ ਪਰ ਸਕਿਆਥ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕਿਆਥ ਸਰਵਣ ਗੁਰ ਅਮਰ ਸੁਣੀਜੈ। ਉਹੀ ਕੰਨ ਸਫਲ ਹਨ ਜਿਹੜੇ ਗੁਰੂ ਅਮਰਦਾਸ ਸਰੂਪ ਨੂੰ ਸੁਣਦੇ ਹਨ। ਸਕਿਆਥ ਸੋ ਹੀਓ ਜਿਤ ਹੀਅ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ। ਤੇ ਭੱਟ ਕਾਲ ਜਾਲਪ ਜੀ ਉਚਾਰਨ ਕਰਦੇ ਹਨ, ਉਹੀ ਹਿਰਦਾ ਸਫਲ ਹੈ ਜਿਸ ਹਿਰਦੇ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਸਿਫਤ ਸਮਾਈ ਹੈ। ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਨਿਜ ਜਗਤ ਪਿਤ, ਇੱਕ ਅਕਾਲ ਪੁਰਖ ਦਾ ਜਿਹੜਾ ਪ੍ਰਤਾਪ ਹੈ ਤੁਸੀਂ ਆਕਾਸ਼ ਵਿੱਚ ਜਾਣਦੇ ਹੋ, ਪਰ ਭੱਟ ਜਾਲਪ ਜੀ ਆਖਦੇ ਹਨ ਕਿ ਸਭ ਤੋਂ ਨੇੜੇ ਹੋ ਕੇ ਪਿਤਾ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਅਕਾਲ ਪੁਰਖ ਸਰੂਪ ਦੇ ਪ੍ਰਕਾਸ਼ਵਾਨ ਹਨ। ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਤੇ ਭੱਟ ਜਾਲਪ ਜੀ ਉਚਾਰਨ ਕਰਦੇ ਹਨ ਕਿ ਉਹ ਸਿਰ ਪਵਿੱਤਰ ਹੈ ਜਿਹੜਾ ਸਿਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਦਾ ਨਮਨ ਕਰਦਾ ਹੈ। ਹੁਣ ਅਸੀਂ ਜਾਣਨਾ ਚਾਹਾਂਗੇ ਕਿ ਜੀ ਗੁਰੂ ਅਮਰਦਾਸ ਸਰੂਪ ਨੂੰ ਅਸੀਂ ਰੋਜ਼ਾਨਾ ਕਿਵੇਂ ਸਿਰ ਨਤਮਸਤਕ ਹੋ ਸਕਦੇ ਹਾਂ। ਉਹਦਾ ਭਾਵ ਹੈ ਕਿ ਗੁਰੂ ਸਰੂਪ ਪੂਰੇ ਦਾ ਪੂਰਾ ਬਾਣੀ ਅੰਦਰ ਸਮਾਇਆ ਹੋਇਆ, ਪੂਰੇ ਦਾ ਪੂਰਾ। ਜਦੋਂ ਅਸੀਂ ਬਾਣੀ ਨੂੰ ਹੁਣ ਕਦੇ ਆਪ ਜੀ ਨੇ, ਮੈਂ ਜੀਵਨ ਦੇ ਵਿੱਚ ਜਿਨ੍ਹਾਂ ਨੇ ਤਹਿਜੀਬ ਸਿੱਖੀ, ਮੈਂ ਪਿਛਲੇ ਕਈ ਮਹੀਨਿਆਂ ਤੋਂ ਸਿੱਖਾਂ ਦੀ ਤਹਿਜੀਬ ਬਾਰੇ ਪੜ੍ਹਨ ਸੋਚਣ ਸਮਝਣ ਦਾ ਕਾਰਜ ਕਰ ਰਿਹਾ। ਤਹਿਜੀਬ ਕੀ ਹੁੰਦੀ? ਪਹਿਲੇ ਸਮਿਆਂ ਦੇ ਵਿੱਚ ਜਿਹੜੇ ਹੁਣ ਸ਼ਾਇਦ ਕਿਸੇ ਨੂੰ ਪਤਾ ਨਹੀਂ ਹੋਵੇ ਕਿ ਨਾ ਹੋਵੇ, ਜਿਤਨਾ ਕੁ ਮੈਂ ਆਪਣੇ ਬਚਪਨ 'ਚ ਦੇਖ, ਜਦ ਕੋਈ ਗੁਰਸਿੱਖ ਬਾਣੀ ਪੜ੍ਹਨ ਲੱਗਦਾ ਸੀ ਗੁਟਕਾ ਸਾਹਿਬ ਤੋਂ, ਉਹ ਪਹਿਲਾਂ ਜਿਸ ਚੌਂਕੀ ਦੇ ਉੱਪਰ ਰੱਖਿਆ ਹੁੰਦਾ ਸੀ ਉਹਨੂੰ ਮੱਥਾ ਟੇਕਦਾ ਸੀ। ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਆਪਣੇ ਮਸਤਕ ਦੇ ਨਾਲ ਲਾਉਂਦਾ ਹੁੰਦਾ ਸੀ। ਮਸਤਕ ਨਾਲ ਲਾਉਣ ਤੋਂ ਬਾਅਦ ਫਿਰ ਉਹ ਜਾ ਕੇ ਅੱਗੇ ਬਾਣੀ ਦਾ ਪਾਠ ਆਰੰਭ ਕਰਦਾ ਸੀ। ਉਹਦੀ ਤਹਿਜ਼ੀਬ ਦਾ ਮਤਲਬ ਕੀ ਹੈ ਕਿ ਇੱਕ ਤਾਂ ਗੁਰੂ ਸਰੂਪ ਜਿਹੜੀ ਬਾਣੀ ਇਸ ਗ੍ਰੰਥ ਗੁਟਕਾ ਸਾਹਿਬ ਦੇ ਅੰਦਰ, ਪੋਥੀ ਦੇ ਅੰਦਰ ਲਿਖੀ ਹੋਈ ਹੈ, ਉਹ ਗੁਰੂ ਰੂਪ ਹੈ। ਮੈਂ ਅੱਜ ਗੁਰਦੁਆਰ ਨਹੀਂ ਜਾ ਸਕਿਆ, ਉੱਥੇ ਜਾ ਕੇ ਗੁਰੂ ਕੀ ਸਰਦਲ 'ਤੇ ਮੇਰਾ ਮਸਤਕ ਨਹੀਂ ਲੱਗਾ, ਕੋਈ ਸ਼ੰਕੇ ਦੀ ਗੱਲ ਨਹੀਂ। ਪਰ ਜਿਹੜਾ ਬਾਣੀ ਸਰੂਪ ਜਿਹਨੂੰ ਆਖਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਜਦੋਂ ਇਹ ਮੇਰੇ ਕਿਸੇ ਵੀ ਰੂਪ 'ਚ ਮੇਰੇ ਸਾਹਮਣੇ ਆਏਗੀ, ਉਦੋਂ ਜਿਹੜਾ ਹੈ ਮੈਨੂੰ ਆਪਣਾ ਮਸਤਕ ਭੇਟ ਕਰਾਂਗਾ। ਇਸ ਕਰਕੇ ਰੋਜ਼ਾਨਾ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਤੋਂ ਪਹਿਲਾਂ ਬਾਣੀ ਨੂੰ ਇੱਕ ਵਾਰੀ ਸਿਰ ਝੁਕਾ ਕੇ ਨਮਨ ਕਰਨਾ ਸਾਡਾ ਰੋਜ਼ਾਨਾ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਨ ਕਰਨ ਵਾਲੀ ਬਾਤ ਹੈ। ਇਸ ਕਰਕੇ ਪਟਕਲ ਜੀ ਆਖਦੇ ਹਨ, ਸਕਿਆਥ ਸੋ ਸਿਰ ਜਾਲਪ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ। ਸਾਨੂੰ ਤਾਂ ਕਿਸੇ ਤਰ੍ਹਾਂ ਦੀਆਂ ਮਰਜ਼ਾਦਾਵਾਂ ਦਾ ਨਹੀਂ ਪਤਾ, ਇਸ ਕਰਕੇ ਪਟਕਲ ਜੀ ਉਚਾਰਨ ਕਰਦੇ, ਭੱਟ ਜਾਲਪ ਜੀ ਉਚਾਰਨ ਕਰਦੇ ਹਨ ਕਿ ਜਿਹੜਾ ਸਿਰ ਨਿਵਣ ਦਾ ਮਤਲਬ, ਹੁਣ ਸਿਰ ਨਿਵੈ ਕਿਹਾ ਉਹਨਾਂ ਨੇ, ਜੋ ਸਿਰ ਨਿਵੈ, ਅਤੇ ਨਿਵੈ ਦਾ ਭਾਵ ਹੈ ਕਿ ਉਹ ਸਮਰਪਣ ਵਿੱਚ ਹੈ। ਸਿਰ ਨਿਵੈ ਦਾ ਭਾਵ ਸਮਰਪਣ ਦੇ ਵਿੱਚ ਹੈ ਕਿ ਆਨੰਦ ਸਾਹਿਬ ਦੀ ਬਾਣੀ ਜਿਹੜੀ ਗੁਰੂ ਰੂਪ ਹੈ, ਗੁਰੂ ਪ੍ਰਕਾਸ਼ ਹੈ, ਉਹਨੂੰ ਪੜ੍ਹਨ ਤੋਂ ਬਾਅਦ ਜੇ ਸਾਡਾ ਮਨ ਉਹਦੇ ਉਪਦੇਸ਼ ਦੇ ਨਾਲ ਆਪਣੇ ਮੂਲ ਵਿੱਚ ਸਮਾ ਗਿਆ ਅਤੇ ਸਾਡੀ ਸੱਧ ਨਮਸਕਾਰ ਹੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਹੈ। ਇਸ ਪ੍ਰਕਾਰ ਭੱਟ ਜਾਲਪ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਗੁਰੂ ਕੇ ਅਗੰਮ ਗੋਚਰ ਸਰੂਪ ਦੀ ਸਿਫਤ ਸਲਾਹ ਦਾ ਭਾਵ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਗੁਰੂ ਕੇ ਪਾਵਨ ਪਵਿੱਤਰ ਜੀਵਨ ਦੀ ਭੱਟ ਸਾਹਿਬਾਨਾਂ ਦੀ ਬਾਣੀ ਦੇ ਰੂਪ ਵਿੱਚ ਵਿਆਖਿਆ ਦਾ ਯਤਨ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ